ਪੰਜਾਬੀ ਦੀ ਗੱਲਬਾਤ ਕਰਨ ਲਈ ਅਸੀਂ ਬਹੁਤ ਵੱਡੇ ਸੀਨੀਅਰ ਔਰ ਕੋਈ ਡਿਗਰੀ ਹੋਲਡਰਸ ਉਹਨਾਂ ਨੂੰ ਅਸੀਂ ਸਟੇਜ ਦੇ ਉੱਤੇ ਦੇਖਨੇ ਆ। ਨਵੀਂ ਜਨਰੇਸ਼ਨ ਲਈ ਇਹ ਸਵਾਲ ਹੁੰਦਾ ਹੈ ਕਿ ਇਹ ਤਾਂ ਪੁਰਾਣੇ ਲੋਕ ਨੇ, ਇਹ ਬੋਲ ਰਹੇ ਨੇ ਪੰਜਾਬੀ, ਨਵੇਂ ਥੋੜ੍ਹੀ ਬੋਲਦੇ ਨੇ। ਠੀਕ ਹੋ ਗਿਆ। ਸੋ ਇਸ ਦਫਾ ਅਸੀਂ ਇਹ ਸੋਚਿਆ ਹੈ ਕਿ ਤੁਹਾਨੂੰ ਦੱਸੀਏ ਕਿ ਨਵੇਂ ਬੱਚੇ ਵੀ ਪੰਜਾਬੀ ਬੋਲਦੇ ਨੇ, ਪਰ ਬੋਲਦੇ ਉਹ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਬੋਲੀ ਕੀ ਹੈ। ਬੋਲੀ ਸਮਝ ਦੇ ਬਗੈਰ ਅਗਰ ਬੋਲੀ ਜਾਏ ਤਾਂ ਉਹ ਬੋਲੀ ਨਹੀਂ ਹੁੰਦੀ। ਕੋਈ ਲੰਮੀ ਚੌੜੀ ਗੱਲ ਸਾਡੇ ਕੋਲ ਨਹੀਂ ਹੈ ਕਰਨ ਲਈ। ਇਹ ਆਪੇ ਤੁਹਾਨੂੰ ਆਪਣਾ ਤਾਰੂਫ ਕਰਾਉਣਗੇ ਔਰ ਤੁਸੀਂ ਸੁਣੋ ਕਿ ਕੀ ਦੱਸਦੇ ਨੇ, ਕੀ ਗੱਲਬਾਤ ਕਰਦੇ ਨੇ। ਇਹ ਹਨ ਸਾਰੇ ਹੀ ਸਟੂਡੈਂਟਸ, ਸੋ ਇਹਨਾਂ ਨੂੰ ਹੌਸਲਾ ਦੇਣ ਦੀ ਲੋੜ ਹੈ। ਮਿਹਰਬਾਨੀ। ਸਾਰਿਆਂ ਨੂੰ ਜੀ ਆਇਆਂ ਨੂੰ। ਤਾਰੂਫ ਅਸੀਂ ਰੱਖਿਆ ਕੋਈ ਨਹੀਂ। ਸਾਨੂੰ ਲੱਗਦਾ ਹੈ ਕਿ ਉਹਦੀ ਕੋਈ, ਜਦੋਂ ਅਸੀਂ ਲੋਕ ਦੀ ਗੱਲ ਕਰ ਰਹੇ ਹਾਂ ਅਤੇ ਜਿੰਨਾ ਵੀ ਲੋਕ ਅਦਬ, ਲੋਕ ਕਹਾਣੀ, ਜੋ ਕੁਝ ਸਾਡੇ ਤੱਕ ਅਪੜਿਆ, ਉਹਨਾਂ ਵਿੱਚ ਨਾ ਕੋਈ ਨਹੀਂ ਸਨ, ਸਿਰਫ ਲੋਕਾਈ ਦੀ ਗੱਲ ਹੈ। ਅਤੇ ਫਿਰ ਅਸੀਂ ਵੀ ਉਹਨੂੰ ਹੀ, ਮੇਰਾ ਖਿਆਲ ਹੈ ਕਿ ਉਸ ਗੱਲ ਨੂੰ ਹੀ ਅੱਗੇ ਵਧਾਈਏ ਅਤੇ ਅਸੀਂ ਵੀ ਕੋਈ ਆਪਣੇ ਤਾਰੂਫ ਜਿਹੜੇ ਨੇ ਉਹ ਨਾ ਤਾਂ ਲਿਆਏ ਆ, ਨਾ ਅਸੀਂ ਇੱਕ ਦੂਜੇ 'ਤੇ ਕਰਵਾਉਣੇ ਨੇ। ਜਿਹਦਾ ਜੀ ਕਰੇ ਉਹ ਆਪਣਾ ਨਾਂ ਦੱਸ ਦੇਵੇ। ਅਤੇ ਮੈਂ ਇੱਕ ਅੰਗਰੇਜ਼ੀ ਸਕੂਲ 'ਚ ਥੀਏਟਰ ਵੀ ਪੜ੍ਹਾਉਣਾ ਅਤੇ ਨਾਲ ਮੈਂ ਪੰਜਾਬੀ ਪੜ੍ਹਾਉਣਾ ਸ਼ੁਰੂ ਕੀਤੀ ਬਾਲਾਂ ਨੂੰ। ਅਤੇ 3 ਦਿਨ ਜਾਣਾ ਮੈਂ ਉਹ ਸਕੂਲ। ਅਤੇ ਇੱਕ ਸਕੂਲ ਸੀ ਹਰਸੁਖ, ਉਹ ਜ਼ਰਾ ਪਿੰਡਾਂ ਦੇ ਵਿਚਕਾਰ ਹੈ, ਬੇਦੀਆਂ ਰੋਡ 'ਤੇ। ਅਤੇ ਮੈਂ ਸੋਚਿਆ ਕਿ ਮੈਂ ਇੱਕ ਹੋਰ ਤਰ੍ਹਾਂ ਦੀ ਕਲਾਸ ਨਾਲ ਜਿਹੜਾ ਹੈ ਉਹ ਉਹਨਾਂ ਨੂੰ ਬੋਲੀ ਦੀ ਗੱਲ ਜਾਂ ਥੀਏਟਰ ਦੀ ਗੱਲ ਦੱਸ ਰਿਹਾ, ਅਤੇ ਕਿਉਂ ਨਾ ਜਿਹੜੇ ਪਿੰਡਾਂ ਦੇ ਬਾਲ ਨੇ ਉਹਨਾਂ ਤੀਕਰ ਵੀ ਇਹ ਗੱਲ ਜਿਹੜੀ ਹੈ ਉਹ ਪੜ੍ਹੇ। ਅਤੇ ਮੈਂ ਹਰਸੁਖ ਅਪੜ ਗਿਆ ਗੱਲ ਕਰਨ, ਬਾਲਾਂ ਨੂੰ ਪੜ੍ਹਾਉਣ। ਅਤੇ ਉੱਥੇ ਉਹਨਾਂ ਨੇ ਮੇਰੀ ਡਿਊਟੀ ਲਾਈ ਕਿ ਤੁਸੀਂ ਬੱਚਿਆਂ ਨੂੰ ਕਹਾਣੀਆਂ ਸੁਣਾਓ, ਨਾਲ ਜਿਹੜਾ ਹੈ ਉਹ ਥੀਏਟਰ ਕਰੋ ਰਲ ਕੇ। ਅਤੇ ਮੈਂ ਪਹਿਲੀ ਦੀ ਕਲਾਸ ਵਿੱਚ ਗਿਆ ਅਤੇ ਇੱਕ ਕੋਈ 5-6 ਸਾਲ ਦੀ ਬੱਚੀ, ਉਹਨੇ ਕਹਾਣੀ ਮੇਰੀ ਸੁਣਨੀ ਪੂਰੀ, ਉਹ ਲਾਈਨਾਂ ਵੀ ਯਾਦ ਕੀਤੀਆਂ, ਅਸੀਂ ਰਲ ਕੇ ਉਹ ਕੀਤੀ ਵੀ, ਕਹਾਣੀ ਵੀ ਕੀਤੀ। ਅਤੇ ਮੁੜ ਮੈਨੂੰ ਆਖਣ ਲੱਗੀ, ਉਸਤਾਦ ਜੀ ਇੱਕ ਭੇਲੀ ਬੁੱਝਾਂ। ਮੈਂ ਕਿਹਾ ਬੁੱਝੋ। ਅਤੇ ਕਹਿੰਦੀ 3 ਗਾਈਆਂ ਨੇ, ਗਾਵਾਂ 3 ਗਾਈਆਂ ਨੇ, ਇੱਕ ਟੁਰਦੀ ਏ ਅਤੇ ਉਹ ਟੁਰੀ ਜਾ ਰਹੀ ਏ, ਬਹਿੰਦੀ ਕੋਈ ਨਹੀਂ। ਇੱਕ ਬੈਠੀ ਏ, ਉਹ ਖਲੋਂਦੀ ਕੋਈ ਨਹੀਂ, ਅਤੇ ਇੱਕ ਖਲੋਤੀ ਏ, ਉਹ ਬਹਿੰਦੀ ਕੋਈ ਨਹੀਂ। ਦੱਸੋ ਕਾਂ ਕੀ ਏ? ਬੱਚੀ, ਪਹਿਲੀ ਦੀ ਬੱਚੀ। ਅਤੇ ਉਹਨੇ ਇਹ ਭੇਲੀ ਜਦੋਂ ਮੇਰੇ ਕੋਲੋਂ ਪੁੱਛੀ, ਅਤੇ ਉਹੀ ਭੇਲੀ ਮੈਂ ਅੱਜ ਤੁਹਾਡੇ ਲਈ ਲਿਆਇਆ ਅਤੇ ਮੈਂ ਤੁਹਾਡੇ ਸਾਰਿਆਂ ਨੂੰ ਪਾ ਰਿਹਾ ਇਹ ਭੇਲੀ। ਅਤੇ ਸੈਸ਼ਨ ਦੇ ਐਂਡ 'ਤੇ ਅਸੀਂ ਇਸ ਭੇਲੀ ਬਾਰੇ ਗੱਲ ਕਰਾਂਗੇ ਕਿ ਇਹ ਜਿਹੜੀ ਪਹੇਲੀ ਹੈ ਇਹ ਹੈ ਕੀ ਸੀ। ਲੇਕਿਨ ਉਸ ਦਿਨ ਮੈਨੂੰ ਪਤਾ ਲੱਗਾ ਕਿ ਜਿਹੜੇ ਬੋਲੀ ਬੋਲਦੇ ਨੇ ਉਹਨਾਂ ਕੋਲ ਹਜੇ ਵੀ ਕਿੰਨਾ ਖਜ਼ਾਨਾ ਹੈ ਆਪਣੀ ਬੁਝਾਰਤਾਂ ਦਾ। ਉਹ ਕੀ ਉਸ ਕੁੜੀ ਨੇ, 6 ਸਾਲ ਦੀ ਕੁੜੀ ਨੇ ਕੀ ਸਿਆਣਪ ਦੀ ਗੱਲ ਸੁਝਾਈ ਮੈਨੂੰ। ਅਤੇ ਉਹ ਜਿਹੜੀ ਸਾਇੰਸ ਆ ਕੇ ਗੱਲ ਕਰਦੀ ਏ ਕਿ ਬੋਲੀ ਕਿਵੇਂ ਇਹ ਇਲਮ ਜਿਹੜਾ ਹੈ ਉਹ ਲੈ ਕੇ ਟੁਰ ਰਹੀ ਹੁੰਦੀ ਹੈ। ਇਹ ਤਾਂ ਹੋ ਗਈ ਪਹਿਲੀ। ਸਾਡੇ ਸੈਸ਼ਨ ਦਾ ਨਾਂ ਹੈ ਲੋਕ ਗੀਤ, ਪਰ ਉਹ ਗਲਤੀ ਨਾਲ ਛਪਿਆ ਹੈ। ਸਾਨੂੰ ਦੱਸਿਆ ਸੀ ਕਿ ਅਸੀਂ ਲੋਕ ਬਾਤ ਜਿਹੜੀ ਹੈ ਉਹਦੇ 'ਤੇ ਗੱਲ ਕਰਨੀ ਹੈ। ਲੋਕ ਬਾਤ, ਲੋਕ ਕਹਾਣੀ, ਉਹ ਕਹਾਣੀਆਂ ਜਿਹੜੀਆਂ ਲੋਕਾਂ ਨੇ ਜੋੜੀਆਂ। ਫਿਰ ਅਗਲਾ ਕੰਮ ਕੀ ਕਰਨਾ ਕਿ ਉਹ ਕਹਾਣੀਆਂ ਜਿਹੜੀਆਂ ਲੋਕਾਂ ਨੇ ਜੋੜੀਆਂ ਨੇ ਉਹਨਾਂ ਰਾਹੀਂ ਇਹ ਵੇਖਣਾ ਕਿ ਲੋਕ ਕੀ ਗੱਲ ਕਰ ਰਹੇ ਨੇ, ਲੁਕਾਈ ਦਾ ਹਾਲ ਕੀ ਸੀ, ਲੁਕਾਈ ਕੀ ਕਹਿ ਰਹੀ ਸੀ। ਇੱਕ ਤਾਂ ਸਾਡੀ ਤਾਰੀਖ ਹੈ ਜਿਹੜੀ ਸਾਨੂੰ ਯੂਨੀਵਰਸਿਟੀਆਂ ਪੜ੍ਹਾਉਂਦੀਆਂ ਨੇ, ਕਾਲਜ ਪੜ੍ਹਾਉਂਦੇ ਨੇ, ਸਕੂਲ ਪੜ੍ਹਾਉਂਦੇ ਨੇ,
ਅਸੀਂ ਤਰੀਖਾਂ ਰਟਨੇ ਆ, ਕਿਹੜਾ ਬਾਦਸ਼ਾਹ ਆਇਆ, ਕਿਹੜਾ ਗਿਆ, ਕਿੰਨੇ ਕਿਹਨੂੰ ਮਾਰਿਆ। ਲੇਕਿਨ ਉਹ ਸਾਰੇ ਵੇਲੇ ਵਿੱਚ ਲੁਕਾਈ ਕਿੱਥੇ ਹੈ? ਲੁਕਾਈ ਕੀ ਗੱਲ ਕਰ ਰਹੀ ਹੈ? ਲੁਕਾਈ ਦੀ ਉਹ ਸਾਰੀ ਗੱਲ ਉਸ ਲੋਕ ਕਹਾਣੀ, ਲੋਕ ਬਾਤ ਰਾਹੀਂ ਸਾਡੇ ਤੱਕ ਰਪੜਦੀ ਹੈ। ਤੇ ਉਹ ਹੈ ਕਿ ਇਹ ਅਸੀਂ ਸੁਣਾਵਾਂਗੇ ਤੁਹਾਨੂੰ। 2-3 ਲੋਕ ਕਹਾਣੀਆਂ ਅਸੀਂ ਲਿਆਏ ਹਾਂ, ਉਹ ਸੁਣਾਵਾਂਗੇ ਤੇ ਉਸ ਤੋਂ ਬਾਅਦ ਉਹਦੇ 'ਤੇ ਗੱਲਬਾਤ ਹੋਏਗੀ। ਲੋਕ ਬਾਤ ਦਾ ਜਿਹੜਾ ਮੌਜੂ ਹੈ, ਜਿਹੜੀ ਗੱਲ ਹੈ, ਉਹ ਬਹੁਤ ਵੱਡੀ ਹੈ। ਲੋਕ ਬਾਤ ਕਈ ਤਰ੍ਹਾਂ ਦੀ ਹੁੰਦੀ ਹੈ। ਇੱਥੇ ਤੇ ਇੱਕ ਕਹਾਣੀ ਸ਼ੁਰੂ ਕਰਦੇ ਸਨ ਲੋਕੀ ਤੇ 6-6 ਦਿਨ ਕਹਾਣੀ ਨਹੀਂ ਮੁੱਕਦੀ ਸੀ। ਲੋਕੀ ਇੱਕ ਰਾਤ ਸੁਣ ਰਹੇ ਨੇ, ਅਗਲੀ ਰਾਤ ਆਏ ਨੇ ਤੇ ਕਹਾਣੀ ਉੱਥੋਂ ਹੀ ਸ਼ੁਰੂ ਹੋਈ ਹੈ ਤੇ 6 ਰਾਤਾਂ ਤੱਕ ਕਹਾਣੀ ਜਿਹੜੀ ਹੈ ਉਹ ਠੁਈ ਜਾ ਰਹੀ ਹੈ। ਤੇ ਇੰਨੀ ਵੱਡੀ ਸਾਡੀ ਰੀਤ ਸੀ। ਹੁਣ ਉਹਨਾਂ ਵਿੱਚ ਰਾਜਿਆਂ ਦੀ ਕਹਾਣੀਆਂ ਵੀ ਨੇ, ਬਾਬਿਆਂ ਦੀ ਕਹਾਣੀਆਂ ਵੀ ਨੇ, ਤੇ ਇੱਕ ਬੜੀ ਆਮ ਗੱਲ ਹੈ ਜਿਹੜੀ ਅਸੀਂ ਸਾਰਿਆਂ ਨੇ ਅੱਜ ਜਿਹੜੀ ਹੈ ਉਚੇਚਾ ਸਮਝਣੀ ਵੀ ਹੈ ਤੇ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰਨੀ ਹੈ ਕਿ ਜੇ ਇੱਕ ਹਿਸਟਰੀ, ਇੱਕ ਵਾਰ ਯੂਨੀਵਰਸਿਟੀਆਂ ਸਾਨੂੰ ਪੜ੍ਹਾ ਰਹੀਆਂ ਨੇ ਤੇ ਲੋਕੀ ਕਿਹੜੀ ਤਾਰੀਖ ਹੈ ਜੋ ਜੋੜ ਕੇ ਆਪਣੀ ਸਾਂਭ ਰਹੇ ਨੇ, ਤੇ ਉਹ ਕੋਈ ਕਿਤੇ ਲਿਖੀ ਨਹੀਂ ਜਾ ਰਹੀ, ਬਲਕਿ ਉਹ ਸੁਣਨ ਰਾਹੀਂ ਅੱਗੇ ਜਿਹੜੀ ਹੈ ਉਹ ਟਰਾਂਸਫਰ ਹੋ ਰਹੀ ਹੈ। ਉਹ ਉਸ ਰੀਤ ਨਾਲ, ਜਿਹੜੀ ਸੁਣਾਉਣ ਦੀ ਰੀਤ ਹੈ, ਉਹਦੇ ਨਾਲ ਜੁੜੀ ਹੋਈ ਹੈ। ਤੇ ਅਸੀਂ ਲੋਕ ਬਾਤ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਬਾਲ ਕਹਾਣੀ ਦਾ, ਉਹਦੇ ਰਾਹੀਂ ਤੁਹਾਡੇ ਨਾਲ ਗੱਲ ਕਰਨੀ ਹੈ। ਬਾਕੀ ਜਿਹੜੀਆਂ ਵੱਡੀਆਂ ਕਹਾਣੀਆਂ ਨੇ ਉਹਨਾਂ ਨੂੰ ਤੇ ਅਸੀਂ ਹੱਥ ਹੀ ਨਹੀਂ ਪਾ ਰਹੇ, ਉਹ ਤੇ ਘੰਟੇ ਦਾ ਕੰਮ ਹੀ ਨਹੀਂ। ਉਹ ਤੇ ਕੀ ਕਦੇ ਮੌਕਾ ਮਿਲਿਆ ਉਹਦੇ 'ਤੇ ਵੀ ਗੱਲ ਹੋਏਗੀ। ਲੇਕਿਨ ਲੋਕ ਬਾਤਾਂ ਨੇ ਜਿਹੜੀਆਂ ਜਣੀਆਂ ਨੇ ਜੋੜੀਆਂ ਨੇ, ਔਰਤਾਂ ਜੋੜ ਰਹੀਆਂ ਨੇ ਆਪਣੇ ਵੇਲੇ ਦੀ ਗੱਲ, ਤੇ ਉਹ ਬੱਚਿਆਂ ਨੂੰ ਸੁਣਾ ਰਹੀਆਂ ਨੇ। ਤੇ ਉਹ ਕੀ ਬਾਤਾਂ ਨੇ? ਸਾਡੇ ਦੋਸਤ ਨੇ ਨਾਲ, ਰਿਜ਼ਵਾਨ ਸਾਹਿਬ, ਇਹ ਲੋਕ ਕਹਾਣੀ ਇਕੱਠੀਆਂ ਕਰਨ ਦਾ ਵੀ ਕੰਮ ਕਰ ਰਹੇ ਨੇ। ਤੇ ਇਹਨਾਂ ਨੇ ਮਾਂ ਕੋਲੋਂ ਇੱਕ ਕਹਾਣੀ ਸੁਣੀ ਸੀ ਲੋਕ, ਤੇ ਅਸੀਂ ਵੀ ਉਹ ਕਹਾਣੀ ਇਹਨਾਂ ਕੋਲੋਂ ਸੁਣਨੇ ਆ। ਹੁਣ ਤੇ ਇੰਨੀ ਵੇਲ ਨਹੀਂ ਮਾਵਾਂ ਕੋਲ ਕਿ ਉਹ ਕਹਾਣੀ ਸੁਣਾਵੇ। ਹੁਣ ਤੇ ਮੋਬਾਈਲ 'ਤੇ ਕਾਰਟੂਨ ਲਾ ਕੇ ਦਿੰਦੇ ਨੇ ਬੱਚਿਆਂ ਨੂੰ, ਤੇ ਵੇਖਨੇ ਆ ਕਿ ਉਹ ਕੀ ਗੱਲ ਸੀ ਜਿਹੜੀ ਇਹਨਾਂ ਨੇ ਆਪਣੀ ਮਾਂ ਕੋਲੋਂ ਸੁਣੀ। ਮਿਹਰਬਾਨੀ। ਜ਼ਬਰਦਸਤ। ਜਿਵੇਂ ਕਿ ਅੱਬੂ ਜ਼ਰ ਹੋਰਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਲਈ ਹੈ ਕਿ ਅੱਜ ਅਸੀਂ ਲੋਕ ਕਹਾਣੀ, ਲੋਕਵਾਰ 'ਤੇ ਗੱਲਬਾਤ ਕਰਾਂਗੇ। ਤੇ ਤੁਹਾਡੇ ਸਾਰਿਆਂ ਚੋਂ ਸਭਨਾਂ ਦੇ ਨਹੀਂ, ਪਰ ਕੁਝ ਨੇ ਜ਼ਰੂਰ ਆਪਣੇ ਮਾਪਿਆਂ ਕੋਲੋਂ ਲੋਕ ਬਾਤਾਂ ਸੁਣੀਆਂ ਹੋਣੀਆਂ ਨੇ। ਸਾਨੂੰ ਅੱਜ ਵੀ ਜੇਠ ਹਾੜ ਦੀਆਂ ਉਚਾਨਣੀਆਂ ਰਾਤਾਂ ਯਾਦ ਨੇ, ਜਦੋਂ ਅਸੀਂ ਖੁੱਲ੍ਹੇ ਵਿਹੜਿਆਂ ਵਿੱਚ ਆਪਣੇ ਮਾਪਿਆਂ ਦੇ ਦੁਆਲੇ ਹੋ ਜਾਈਦਾ ਸੀ ਕਿ ਬੇਬੇ, ਦਾਦੀ, ਅੰਮਾ ਸਾਨੂੰ ਲੋਕ ਬਾਤ ਸੁਣਾਵੋ। ਤੇ ਪਤਾ ਵੀ ਨਾ ਲੱਗਣਾ ਕਿ ਕਦੋਂ ਲੋਕ ਬਾਤ ਸੁਣਦਿਆਂ ਬੇਬੇ ਦੀ ਮੰਜੀ 'ਤੇ ਅੱਖ ਲੱਗ ਜਾਣੀ, ਤੇ ਜਦੋਂ ਸੁਬਾਹ ਉੱਠਣਾ ਤੇ ਮਾਂ ਦੇ ਨਾਲ ਜਾਂ ਅੱਬੇ ਦੇ ਨਾਲ ਪਿਆ ਹੋਣਾ। ਤੇ ਇਵੇਂ ਦੀ ਇੱਕ ਲੋਕ ਬਾਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੇ ਕੋਸ਼ਿਸ਼ ਕਰਾਂਗੇ ਉਂਝ ਹੀ ਤੁਹਾਡੇ ਤੱਕ ਬਾਤ ਪਹੁੰਚਾਈਏ ਜਿਵੇਂ ਸਾਡੇ ਮਾਪਿਆਂ ਨੇ ਸਾਨੂੰ ਸੁਣਾਈ ਹੈ। ਬਾਤ ਹੈ ਤੋਤੇ ਤੇ ਤੋਤੀ ਦੀ। ਉਹ ਇੱਕ ਸੀ ਤੋਤਾ ਤੇ ਇੱਕ ਸੀ ਤੋਤੀ, ਉਹ ਰਹਿੰਦੇ ਸਨ ਟਾਹਲੀ 'ਤੇ। ਤੋਤਾ ਇੰਜ ਕਰਦਾ ਸੀ ਕਿ ਰੋਜ਼ ਜੱਟ ਦੇ ਬਾਗ ਵਿੱਚ ਜਾਂਦਾ ਸੀ ਤੇ ਉੱਥੋਂ ਅਮਰੂਦ ਖਾਂਦਾ ਸੀ। ਤੋਤੀ ਉਹਨੂੰ ਰੋਜ਼ ਸਮਝਾਉਂਦੀ ਸੀ ਕਿ ਕਰਮਾ ਲਿਆ, ਇੰਜ ਨਾ ਕਰਿਆ ਕਰ, ਤੂੰ ਜੱਟ ਦੇ ਬਾਗ 'ਤੇ ਜਾਣਾ ਹੈ ਤੇ ਉੱਥੋਂ ਚੋਰੀ ਅਮਰੂਦ ਖਾਣਾ ਹੈ। ਇਹ ਨਾ ਹੋਵੇ ਕਿ ਕਿਸੇ ਦਿਨ ਜੱਟ ਫਾਈ ਲਾ ਕੇ ਤੈਨੂੰ ਫੜ ਲਵੇ ਤੇ ਮੇਰਾ ਤੇ ਬਾਲਾਂ ਦਾ ਕੀ ਬਣੇਗਾ। ਪਰ ਜੱਟ ਨਾ ਮੁੜਿਆ। ਕਈ ਕੁ ਦਿਨ ਹੋਏ ਤੇ ਉਹੋ ਹੀ ਹੋਇਆ ਜਿੰਦਾ ਤੋਤੀ ਨੂੰ ਡਰ ਸੀ। ਤੋਤਾ ਜੱਟ ਦੇ ਬਾਗ ਵਿੱਚ ਅਮਰੂਦ ਖਾਣ ਗਿਆ। ਅੱਗੇ ਜੱਟ ਨੇ ਫਾਈ ਲਾਈ ਹੋਈ ਸੀ, ਤੋਤਾ ਫਾਈ ਵਿੱਚ ਫਸ ਗਿਆ। ਜੱਟ ਨੇ ਉਹਨੂੰ ਫੜ ਕੇ ਪਿੰਜਰੇ ਵਿੱਚ ਕੈਦ ਕਰ ਲਿਆ। ਸਾਰਾ ਦਿਨ ਗੁਜ਼ਰ ਗਿਆ। ਤੋਤੀ ਬੱਚਿਆਂ ਕੋਲ ਉਡੀਕਦੀ ਰਹੀ, ਪਰ ਤੋਤਾ ਮੁੜ ਕੇ ਵਾਪਸ ਨਾ ਆਇਆ। ਸ਼ਾਮ ਪਈ, ਤੋਤੀ ਉਡਾਰੀ ਮਾਰੀ, ਵੇਖਿਆ
ਤੇ ਜੱਟ ਨੇ ਆਪਣੇ ਡੇਰੇ ਤੇ ਤੋਤੇ ਨੂੰ ਫੜ ਕੇ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਸੀ। ਬੇਬਸ ਲਾਚਾਰ ਬਨੇਰੇ ਤੇ ਬਹਿ ਗਈ ਤੇ ਆਖਣ ਲੱਗੀ, ਤੋਤਿਆ ਮਨ ਮੋਤਿਆ, ਤੈਨੂੰ ਆਖ ਰਹੀ ਤੈਨੂੰ ਵੇਖ ਰਹੀ, ਇਸ ਗਲੀ ਨਾ ਜਾ, ਇਸ ਗਲੀ ਦੇ ਜੱਟ ਬੁਰੇ ਲੈਂਦੇ ਫਾਈਆਂ ਪਾ। ਤੋਤਾ ਬੋਲਿਆ, ਤੂੰ ਚੱਲ ਬੱਚਿਆਂ ਕੋਲ ਮੈਂ ਆਇਆ। ਉਹਨੇ ਉਡਾਰੀ ਮਾਰੀ ਤੇ ਬੱਚਿਆਂ ਕੋਲ ਆ ਗਈ, ਪਰ ਉਹਨੂੰ ਵਿਚਾਰੀ ਨੂੰ ਸਕੂਨ ਕਿੱਥੇ ਲੱਭੇ? ਜਿੰਦਾ ਘਰ ਵਾਲਾ ਕੈਦ ਵਿੱਚ ਹੋਵੇ, ਉਹਨੂੰ ਕੋਈ ਚੀਜ਼ ਚੰਗੀ ਕਿਵੇਂ ਲੱਗ ਸਕਦੀ ਸੀ? ਉਹਨੇ ਫਿਰ ਉਡਾਰੀ ਮਾਰੀ, ਤੋਤੇ ਕੋਲ ਅੱਪੜ ਗਈ। ਫਿਰ ਕਹਿਣ ਲੱਗੀ, ਤੋਤਿਆ ਮਨ ਮੋਤਿਆ, ਤੈਨੂੰ ਆਖ ਰਹੀ ਤੈਨੂੰ ਵੇਖ ਰਹੀ, ਇਸ ਗਲੀ ਨਾ ਜਾ, ਇਸ ਗਲੀ ਦੇ ਜੱਟ ਬੁਰੇ ਲੈਂਦੇ ਫਾਈਆਂ ਪਾ। ਝਟਕੂ ਗੁਜ਼ਰਿਆ, ਮੌਸਮ ਖਰਾਬ ਹੋ ਗਿਆ, ਨੇਰੀ ਦਾ ਬੱਦਲ ਆ ਗਏ, ਮੀਂਹ ਪੈਣ ਲੱਗ ਪਿਆ। ਤੋਤੀ ਬੋਲੀ, ਟਾਲੀ ਮੇਰੇ ਬਚੜੇ ਲੱਕ ਟੂਨੂ ਟੂਨੂ, ਵਾਹ ਆਏਗੀ ਉੱਡ ਜਾਣਗੇ, ਮੀਂਹ ਪੈਗਾ ਰੁੜ ਜਾਣਗੇ, ਟਾਲੀ ਮੇਰੇ ਬਚੜੇ ਲੱਕ ਟੂਨੂ ਟੂਨੂ। ਤੋਤਾ ਫਿਰ ਬੋਲਿਆ, ਤੂੰ ਚੱਲ ਬੱਚਿਆਂ ਕੋਲ ਮੈਂ ਆਇਆ। ਇੰਝ ਹੀ ਸਾਰੀ ਰਾਤ ਉਸ ਵਿਚਾਰੀ ਦੀ ਕਦੀ ਬੱਚਿਆਂ ਕੋਲ ਤੇ ਕਦੀ ਤੋਤੇ ਕੋਲ, ਕਦੀ ਉਹ ਬੱਚਿਆਂ ਕੋਲ ਆਪਣੇ ਨੂੰ ਆ ਕੇ ਵੇਖੇ, ਕਦੀ ਉਹ ਤੋਤੇ ਨੂੰ ਵੇਖੇ। ਖਰਾਬ ਮੌਸਮ ਸੀ, ਉਹਦੀ ਵਿਚਾਰੀ ਦੀ ਇੰਝ ਹੀ ਸਾਰੀ ਰਾਤ ਤੋਤੀ ਦੀ ਗੁਜ਼ਰ ਗਈ। ਦਿਨ ਚੜ੍ਹਿਆ ਤੇ ਜੱਟ ਦੇ ਕਿਹੜੇ ਬਾਲ ਸਨ, ਉਹ ਆਪਣੇ ਪਿਓ ਲਈ ਘਰੋਂ ਸੁਬਾਹ ਨਾਸ਼ਤਾ ਲੈ ਕੇ ਆਏ, ਲੱਸੀ ਕੋਈ ਰੋਟੀ ਲੈ ਕੇ ਆਏ। ਉਹਨਾਂ ਵੇਖਿਆ ਕਿ ਉਹਨਾਂ ਦੇ ਪਿਓ ਨੇ ਪਿੰਜਰੇ ਵਿੱਚ ਇੱਕ ਤੋਤਾ ਫੜ ਕੇ ਕੈਦ ਕੀਤਾ ਹੋਇਆ ਹੈ। ਤੇ ਜਿਵੇਂ ਕਿ ਬਾਲ ਹੁੰਦੇ ਨੇ ਮਾਸੂਮ, ਉਹਨਾਂ ਦਾ ਦਿਲ ਕਰਦਾ ਹੈ ਕੋਈ ਵੀ ਖੂਬਸੂਰਤ ਜਾਨਵਰ ਹੈ ਉਹਨੂੰ ਆਪਣੇ ਹੱਥ 'ਚ ਫੜਨ, ਤੇ ਉਹਨਾਂ ਦਾ ਵੀ ਦਿਲ ਕੀਤਾ ਕਿ ਉਹ ਤੋਤੇ ਨੂੰ ਹੱਥ 'ਚ ਫੜਨ। ਤੇ ਉਹਨਾਂ ਕੀ ਕੀਤਾ ਕਿ ਵੇਖਿਆ ਕਿ ਪਿਓ ਉੱਥੇ ਕੋਈ ਨਹੀਂ ਗਾ, ਉਹਨਾਂ ਰੋਟੀ ਕਿਹੜੀ ਸੀ ਉਹ ਮੰਜੀ 'ਤੇ ਰੱਖ ਦਿੱਤੀ ਤੇ ਪਿੰਜਰਾ ਖੋਲ੍ਹ ਕੇ ਤੋਤੇ ਨੂੰ ਫੜਨ ਲੱਗੇ। ਤੇ ਉਹਨਾਂ ਦੇ ਹੱਥਾਂ 'ਚੋਂ ਫੁੱਲ ਕਰਕੇ ਤੋਤਾ ਉੱਡ ਗਿਆ ਤੇ ਤੋਤੀ ਉਹਨੂੰ ਲੈ ਕੇ ਆਪਣੇ ਬੱਚਿਆਂ ਕੋਲ ਆ ਗਈ। ਇਹ ਉਹ ਬਾਤ ਸੀ ਕਿ ਜਿਹੜੀ ਅਸੀਂ ਨਿੱਕਿਆਂ ਹੁੰਦਿਆਂ ਆਪਣੇ ਮਾਪਿਆਂ ਕੋਲੋਂ ਸੁਣਦੇ ਰਹੇ ਸਾਂ। ਤੇ ਨਿੱਕਿਆਂ ਹੁੰਦਿਆਂ ਤਾਂ ਸਾਨੂੰ ਨਹੀਂ ਪਤਾ ਸੀ ਕਿ ਇਸ ਬਾਤ ਰਾਹੀਂ ਸਾਡੇ ਕਿਹੜੇ ਮਾਪੇ ਨੇ ਸਾਨੂੰ ਕੀ ਦੱਸਣਾ ਚਾਹੁੰਦੇ ਨੇ। ਤੇ ਲੇਕਿਨ ਹੁਣ ਥੋੜ੍ਹੀ ਜਿਹੀ ਹੋਸ਼ ਆਈ ਹੈ, ਜ਼ਮਾਨਾ ਵੇਖਿਆ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਥੋੜ੍ਹੀ ਜਿਹੀ ਸੁਰਤ ਲਾਈਏ ਕਿ ਉਹ ਕਿਹੜੀਆਂ ਗੱਲਾਂ ਸਨ ਜਿਹੜੀਆਂ ਸਾਡੇ ਮਾਪੇ ਸਾਨੂੰ ਸਮਝਾਉਂਦੇ ਸਨ। ਤੇ ਮਿਲ ਕੇ ਇਨਸ਼ਾ ਅੱਲਾਹ ਤਾਲਾ ਕਰਨੇ ਆ, ਤੁਹਾਡੇ ਨਾਲ ਵੀ ਸਾਂਝੀ ਕਰਨੇ ਆ ਕਿ ਕਿਹੜੀ ਗੱਲ ਹੈ ਜਿਹੜੀ ਮਾਪੇ ਇਸ ਬਾਤ ਰਾਹੀਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਸਨ। ਜੀ ਅੱਛਾ, ਇਹਨਾਂ ਨੇ ਤੋਤੇ ਦੀ ਕਹਾਣੀ ਕੀਤੀ। ਮੈਂ ਐਸੀ ਢੰਗ ਦੀ ਕਹਾਣੀ ਸੁਣ ਤੇ ਨਹੀਂ ਸਕਿਆ, ਤੇ ਜਿੱਥੇ ਮੈਂ ਬਾਲਾਂ ਨੂੰ ਪੜ੍ਹਾਉਣ ਜਾਣਾ ਉੱਥੇ ਬਾਅਦ 'ਚ ਜਾ ਕੇ ਸੁਣੀ, ਲੇਕਿਨ ਪਹਿਲੇ ਮੈਂ ਪੜ੍ਹੀ ਤੇ ਉਹ ਘੁੱਗੀ ਰਾਹੀਂ ਗੱਲ ਕੀਤੀ ਸੀ ਤੇ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਨਾ। ਫਿਰ ਅਸੀਂ ਵੇਖਾਂਗੇ ਕਿ ਤੋਤੀ ਤੇ ਘੁੱਗੀ ਪੱਖੂ ਕਿਵੇਂ ਬਦਲੇ, ਕਹਾਣੀ ਵਿੱਚ ਫਿਰ ਹੋਰ ਗੱਲਾਂ ਕਿਵੇਂ ਬਦਲ ਰਹੀਆਂ ਨੇ। ਇੱਥੇ ਤੇ ਬਾਲ ਆਉਂਦੇ ਨੇ ਤੇ ਉਹ ਤੋਤੇ ਨੂੰ ਕਹਿੰਦੇ ਨੇ ਤੇ ਤੋਤਾ ਜਿਹੜਾ ਹੈ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ। ਲੇਕਿਨ ਇਹ ਲੋਕ ਕਹਾਣੀ ਬਾਅਦ 'ਚ ਕਿਵੇਂ ਇਹਦੀ ਸ਼ਕਲ ਵਟੀਜ ਗਈ, ਜਾਂ ਖੋਰੇ ਪਹਿਲੇ ਕੋਈ ਹੋਰ ਸੀ ਬਾਅਦ 'ਚ ਤੋਤੇ ਵਾਲੀ ਬਣੀ, ਜਾਂ ਇਹ ਵੀ ਹੋ ਸਕਦਾ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਕਿਤੇ ਘੁੱਗੀ ਹੋਵੇ ਕਿਤੇ ਤੋਤਾ ਹੋਵੇ। ਪਰ ਜਿਹੜੀ ਕਹਾਣੀ ਹੈ ਉਹ ਥੋੜ੍ਹੀ ਜਿਹੀ ਫਰਕ ਹੈ। ਉਹ ਇੰਝ ਹੈ ਕਿ ਘੁੱਗੀ ਜੱਟ ਦੀ ਪੈਲੀ 'ਚੋਂ ਕਣਕ ਚੁਗ ਰਹੀ ਸੀ, ਆਪਣੇ ਬਾਲਾਂ ਲਈ ਚੋਗਾ, ਤੇ ਚੋਗੇ ਚੁਗਦੀ ਨੂੰ ਫੜ ਲਿਆ ਜੱਟ ਨੇ ਤੇ ਫੜ ਕੇ ਪਿੰਜਰੇ ਵਿੱਚ ਪਾ ਦਿੱਤਾ ਤੇ ਆਂਦਾ ਕਿ ਮੈਂ ਤੈਨੂੰ ਥਾਣੇਦਾਰ ਕੋਲ ਲੈ ਕੇ ਜਾਵਾਂਗਾ। ਕਹਾਣੀ ਵਿੱਚ ਥਾਣੇਦਾਰ ਆ ਗਿਆ, ਤੋਤੇ ਵਾਲੀ ਕਹਾਣੀ ਵਿੱਚ ਥਾਣੇਦਾਰ ਨਹੀਂ ਸੀ। ਤੇ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਥਾਣੇਦਾਰ ਕਿਹੜੇ ਵੇਲੇ 'ਚ ਪੰਜਾਬ ਵਿੱਚ ਆਇਆ ਸੀ ਤੇ ਕਦੋਂ ਫਿਰ ਉਹ ਕਹਾਣੀ ਵਿੱਚ ਥਾਣੇਦਾਰ ਆ ਰਿਹਾ ਹੈ। ਜੱਟ ਕਹਿੰਦਾ ਜੀ ਮੈਂ ਤੈਨੂੰ ਫੜ ਕੇ ਥਾਣੇਦਾਰ ਕੋਲ ਲੈ ਕੇ ਜਾਣਾ ਹੈ। ਤੇ ਘੁੱਗੀ ਨੇ ਤਰਲਾ ਪਾਇਆ, ਉਹਨੇ ਕੁਝ ਬੋਲ ਜਿਹੜੇ ਸਨ ਉਹ ਆਖੇ। ਕੀ ਕਹਿੰਦੀ, ਵਾਹ ਵੱਗੀ ਉੱਡ ਜਾਣਗੇ ਲੱਖ ਟੁਨੂ ਟੁਨੂ, ਮੀਂਹ ਵਰਿਆ ਭਿੱਜ ਜਾਣਗੇ ਲੱਖ ਟੁਨੂ ਟੁਨੂ,
ਧੁੱਪ ਲੱਗੀ ਸੜ ਜਾਣਗੇ ਲੱਕ ਟੁਨੂ ਟੁਨੂ, ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ। ਫਾਤਮਾ ਜੀ ਤੂੰ ਇਹਨੂੰ ਗਾ ਦੇ ਤੇ ਹਾਂ ਨਾਲ ਟਾਲੀ ਗਾਣਾ ਤੂੰ, ਮੈਂ ਤੇ ਨਾਲ ਰਲਾਂਗਾ। ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ, ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ, ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ। ਵਾਹ ਵਗੀ ਉੱਡ ਜਾਣਗੇ ਲੱਕ ਟੁਨੂ ਟੁਨੂ, ਮੀਂਹ ਵਰਿਆ ਭਿੱਜ ਜਾਣਗੇ ਲੱਕ ਟੁਨੂ ਟੁਨੂ, ਧੁੱਪ ਲੱਗੀ ਸੜ ਜਾਣਗੇ ਲੱਕ ਟੁਨੂ ਟੁਨੂ। ਜੱਟ ਨੇ ਕੋਈ ਗੱਲ ਨਾ ਸੁਣੀ, ਰੋਂਦੀ ਰਹੀ ਘੁੱਗੀ, ਫਰਿਆਦ ਕਰਦੀ ਰਹੀ। ਜੱਟ ਕਹਿੰਦਾ ਮੈਂ ਤੇ ਤੈਨੂੰ ਛੱਡਣਾ ਕੋਈ ਨਹੀਂ ਤੇ ਥਾਣੇਦਾਰ ਕੋਲ ਹੀ ਲੈ ਕੇ ਜਾਣਾ ਹੈ। ਲਓ ਜੀ, ਉਹਨੇ ਪਿੰਜਰੇ ਵਿੱਚ ਉਹਨੂੰ ਕੈਦ ਕੀਤਾ ਹੈ ਤੇ ਲੈ ਕੇ ਟੁਰ ਪਿਆ ਹੈ। ਘਰ ਆਇਆ ਹੈ। ਘੁੱਗੀ ਨੇ ਜਦੋਂ ਜੱਟੀ ਨੂੰ ਵੇਖਿਆ ਹੈ ਤਾਂ ਉਹਨੇ ਕਿਹਾ ਜਣੀ ਹੈ, ਜਣੀ ਦਾ ਦੁੱਖ ਸਮਝੇਗੀ। ਉਹਨੇ ਫਿਰ ਇਹ ਬੋਲ ਬੋਲੇ, ਉਹਨੇ ਕਿਹਾ ਵਾਹ ਵਗੀ ਉੱਡ ਜਾਣਗੇ, ਮੀਂਹ ਵਰਿਆ ਭਿੱਜ ਜਾਣਗੇ, ਧੁੱਪ ਲੱਗੀ ਸੜ ਜਾਣਗੇ, ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ। ਜੱਟੀ ਨੇ ਜਦੋਂ ਘੁੱਗੀ ਦੀ ਫਰਿਆਦ ਸੁਣੀ ਤਾਂ ਉਹਨੇ ਜੱਟ ਨੂੰ ਕਿਹਾ ਕਿ ਕਿੰਨੇ ਕੁ ਇਹਨੇ ਦਾਣੇ ਚੁਗ ਲਏ ਨੇ ਤੇਰੇ? 4 ਦਾਣੇ ਚੁਗੇ ਨੇ ਤੇ ਛੱਡ ਦੇ ਵਿਚਾਰੀ ਨੂੰ। ਜੱਟ ਆਕੜਿਆ ਖਲੋਤਾ, ਕਹਿੰਦਾ ਮੈਂ ਕੋਈ ਨਹੀਂ ਛੱਡਣਾ। ਲਓ ਜੀ, ਅੱਗੇ ਟੁਰਿਆ ਥਾਣੇ ਵੱਲ ਤੇ ਰਾਹ 'ਚ ਜਿਹੜਾ ਹੈ ਇੱਕ ਆਜੜੀ ਮਿਲਿਆ। ਆਜੜੀ ਭੇਡਾਂ ਚਾਰ ਰਿਹਾ ਹੈ ਤੇ ਘੁੱਗੀ ਨੇ ਉਹਨੂੰ ਵੇਖਿਆ ਹੈ। ਘੁੱਗੀ ਨੂੰ ਲੱਗਿਆ ਨਮਾਨਾ ਜੀ ਹੈ, ਭੇਡਾਂ ਚਾਰ ਰਿਹਾ ਹੈ, ਮੇਰੀ ਗੱਲ ਸੁਣੇਗਾ ਤੇ ਜੱਟ ਨੂੰ ਕਵੇਗਾ। ਟਾਲੀ ਨੇ ਜੀ ਉਹ ਘੁੱਗੀ ਨੇ ਫਰਿਆਦ ਕੀਤੀ ਆਜੜੀ ਅੱਗੇ। ਆਜੜੀ ਨੇ ਉਹਦੀ ਗੱਲ ਸੁਣ ਕੇ ਮਿੰਨਤ ਕੀਤੀ ਜੱਟ ਦੀ ਕਿ ਛੱਡ ਦੇ ਘੁੱਗੀ, ਤੇ ਤੂੰ ਲੈ ਲੈ ਜਿੰਨੇ ਮੇਰੇ ਨੇ ਉਹ ਲੈ ਲੈ, ਪਰ ਘੁੱਗੀ ਨੂੰ ਛੱਡ ਦੇ, ਇਹਨੂੰ ਆਪਣੇ ਬਾਲਾਂ ਕੋਲ ਜਾਣ ਦੇ। ਪਰ ਜੱਟ ਨਹੀਂ ਮੰਨਿਆ, ਕਹਿੰਦਾ ਨਾ ਮੈਂ ਤੇ ਨਹੀਂ, ਨਾ ਲੈ ਲੈ ਤੇਰੇ ਕੋਲ ਲੈਣੇ ਨੇ ਤੇ ਲੈ ਕੇ ਮੈਨੂੰ ਥਾਣੇਦਾਰ ਕੋਲ ਹੀ ਜਾਣਾ ਹੈ। ਅੱਗੇ ਇੱਕ ਊਠਾਂ ਵਾਲਾ ਸੀ, ਊਠ ਚਰਾ ਰਿਹਾ ਸੀ, ਉਹ ਵੀ ਬਾਹਰ ਦਾ ਹੈ, ਜੱਟ ਨਹੀਂ ਹੈ, ਪੈਲੀਆਂ ਨਹੀਂ ਵਾਹ ਰਿਹਾ। ਘੁੱਗੀ ਨੇ ਉਹਨੂੰ ਵੇਖਿਆ ਕਿ ਇਹ ਤੇ ਮੇਰਾ ਦੁੱਖ ਸਮਝੇਗਾ। ਘੁੱਗੀ ਨੇ ਉਹਦੇ ਸਾਹਮਣੇ ਫਰਿਆਦ ਕੀਤੀ। ਊਠਾਂ ਵਾਲੇ ਨੇ ਕਿਹਾ ਤੂੰ ਮੇਰੇ ਸਾਰੇ ਊਠ ਲੈ ਲੈ, ਪਰ ਇਸ ਘੁੱਗੀ ਨੂੰ ਛੱਡ ਦੇ। ਤੇ ਊਠਾਂ ਵਾਲਾ ਨਾ ਮੰਨਿਆ, ਲੈ ਕੇ ਟੁਰਦਾ ਰਿਹਾ। ਅਖੀਰ ਥਾਣੇਦਾਰ ਕੋਲ ਲੱਪੜਿਆ। ਥਾਣੇਦਾਰ ਕੋਲ ਲੱਪੜ ਕੇ ਫੇਰ ਘੁੱਗੀ ਨੇ ਫਰਿਆਦ ਕੀਤੀ। ਫੇਰ ਘੁੱਗੀ ਨੇ ਉਹਦਾ ਤਰਲਾ ਪਾਇਆ ਥਾਣੇਦਾਰ ਦਾ, ਰੋਮਨ ਲੱਗ ਪਈ, ਉਹਦੀ ਮਿੰਨਤ ਕੀਤੀ। ਫਿਰ ਉਹੀ ਗੱਲ ਜਿਹੜੀ ਹੈ ਉਹਨਾਂ ਨਾਲ ਸਾਂਝੀ ਕੀਤੀ ਕਿ ਵਾਹ ਵਗੀ ਉੱਡ ਜਾਣਗੇ ਲੱਕ ਟੁਨੂ ਟੁਨੂ, ਮੀਂਹ ਵਰਿਆ ਭਿੱਜ ਜਾਣਗੇ ਲੱਕ ਟੁਨੂ ਟੁਨੂ, ਧੁੱਪ ਲੱਗੀ ਸੜ ਜਾਣਗੇ ਲੱਕ ਟੁਨੂ ਟੁਨੂ, ਟਾਲੀ ਮੇਰੇ ਬਚੜੇ ਲੱਕ ਟੁਨੂ ਟੁਨੂ। ਹੁਣ ਇੱਥੇ ਕਹਾਣੀ ਦਾ ਹੋਰ ਰੰਗ ਹੋ ਜਾਂਦਾ ਹੈ। ਹੁੰਦਾ ਕੀ ਹੈ ਕਿ ਥਾਣੇਦਾਰ ਉਹ ਘੁੱਗੀ ਨੂੰ ਜਿਹੜਾ ਹੈ ਉਹਦੀ ਗੱਲ ਸੁਣਦਾ ਹੈ ਤੇ ਜੱਟ ਨੂੰ ਕਹਿੰਦਾ ਹੈ ਇਹਨੂੰ ਛੱਡ ਦੇ। ਜੱਟ ਕਹਿੰਦਾ ਮੈਂ ਕੋਈ ਨਹੀਂ ਛੱਡਣਾ, ਮੈਂ ਤੇ ਇਹਨੂੰ ਜਿਹੜਾ ਹੈ ਜੇਲ੍ਹ ਵਿੱਚ ਹੀ ਪਾਣਾ ਹੈ। ਥਾਣੇਦਾਰ ਕਹਿੰਦਾ ਤੇਰੀ ਐਸੀ ਤੈਸੀ। ਥਾਣੇਦਾਰ ਚੂਰੀ ਕੁੱਟ ਕੇ ਖਵਾ ਰਿਹਾ ਹੈ ਘੁੱਗੀ ਨੂੰ ਤੇ ਉਹਦੇ ਪੈਰਾਂ 'ਚ ਝਾਂਜਰਾ ਪਾਉਂਦਾ ਹੈ ਤੇ ਉਸ ਤੋਂ ਬਾਅਦ ਜੱਟ ਨੂੰ ਫੜ ਕੇ ਉਹ ਅੰਦਰ ਕਰ ਦਿੰਦਾ ਹੈ ਤੇ ਘੁੱਗੀ ਨੂੰ ਜਿਹੜਾ ਹੈ ਉਹ ਛੱਡ ਦਿੰਦਾ ਹੈ। ਅੱਛਾ, ਇੱਕ ਕਹਾਣੀ ਇੱਕ ਹੋਰ ਥਾਂ ਮੈਂ ਪੜ੍ਹੀ, ਉੱਥੇ ਰਾਜਾ ਸੀ ਤੇ ਹੁਣ ਘੁੱਗੀ ਵਾਪਸ ਆਂਦੀ ਏ, ਆ ਕੇ ਜੱਟ ਦੀ ਕੰਧ ਤੇ ਬਹਿ ਜਾਂਦੀ ਏ ਤੇ ਕੀ ਆਂਦੀ ਏ, ਕਹਿੰਦੀ ਏ ਚੂਰੀ ਕੁੱਟ ਕੇ ਖਾਈਆਂ, ਚੂਰੀ ਕੁੱਟ ਕੇ ਖਾਈਆਂ, ਪੈਰੀ ਜਾਂਜਰਾਂ ਪਾਈਆਂ, ਵਿੰਨੀ ਜੱਟੀਏ ਜੱਟ ਨੂੰ ਫਸਾਈਆਂ। ਇਹ ਕਹਿੰਦੀ ਏ ਤੇ ਉੱਡ ਕੇ ਆਪਣੇ ਬਾਲਾਂ ਕੋਲ ਆ ਜਾਂਦੀ ਏ। ਹੁਣ ਗੋਲਨ ਵਾਲੀ ਗੱਲ ਇਹ ਹੈ, ਗੌਰ ਕਰਨ ਵਾਲੀ, ਕਿ ਤੋਤੇ ਦੀ ਕਹਾਣੀ ਜਿਹੜੀ ਹੈ ਉਹ ਕੀ ਸਾਨੂੰ ਦੱਸ ਪਾ ਰਹੀ ਹੈ। ਜਿੱਥੇ
ਕਹਾਣੀ ਵਿੱਚ ਥਾਣੇਦਾਰ ਆ ਗਿਆ ਹੈ ਘੁੱਗੀ ਨਾਲ। ਥਾਣੇਦਾਰ ਕਿਸ ਗੱਲ ਦੀ ਦੱਸ ਪਾਉਂਦਾ ਹੈ, ਕਿਹੜਾ ਵੇਲਾ ਚੱਲ ਰਿਹਾ ਹੈ, ਤੇ ਜੇ ਰਾਜਾ ਹੈ ਤੇ ਕਿਹੜਾ ਵੇਲਾ ਹੈ। ਇਸ ਤੋਂ ਇਲਾਵਾ ਇਹ ਲੋਕ ਕਹਾਣੀ ਗੱਲ ਕੀ ਕਰ ਰਹੀ ਹੈ ਬਾਲਾਂ ਨਾਲ, ਕੀ ਸਮਝਾ ਰਹੀ ਉਹਨਾਂ ਨੂੰ। ਇਹਦੇ 'ਤੇ ਗੱਲਬਾਤ ਕਰਾਂਗੇ। ਤੇ ਫਾਤਮਾ ਕੋਈ ਇਹਦੇ 'ਤੇ ਗੱਲਬਾਤ ਕਰਵਾਓ, ਦੱਸੋ ਸਾਡੇ ਕੋਲੋਂ ਵੀ ਸਾਰਿਆਂ ਕੋਲੋਂ। ਜੀ ਜਿਹੜੀ ਲੋਕ ਕਹਾਣੀਆਂ ਸੁਣਾਈਆਂ ਨੇ ਰਿਜ਼ਵਾਨ ਹੋਰੀ ਨੇ ਤੇ ਅਬੂਜ਼ਰ ਮਾਧੂ ਨੇ, ਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਹੁਣ ਦੇ ਦੌਰ ਵਿੱਚ ਇਹ ਲੋਕ ਕਹਾਣੀਆਂ ਸਾਡੇ ਲਈ ਬੜੀ ਯੂਨੀਕ ਨੇ ਕਿ ਹੁਣ ਇਹ ਲੱਭਦੀਆਂ ਨਹੀਂ। ਜੇ ਮਾਵਾਂ ਨੇ ਬੱਚੇ ਰੋ ਰਹੇ ਨੇ ਤੇ ਉਹ ਹੁਣ ਥਾਪੀਆਂ ਦੇਣ ਵਾਲੇ ਦੌਰ ਮੈਨੂੰ ਨਹੀਂ ਲੱਗਦਾ ਕਿ ਹੁਣ ਹਨ। ਤੇ ਜਿਹੜੀਆਂ ਗੱਲਾਂ ਨੇ, ਇਹ ਜਿਹੜਾ ਵੇਲਾ ਸੀ ਇੱਥੇ ਬੈਠੇ ਹੋਏ ਆ ਸਾਰੇ, ਤੇ ਕੁਛ ਇੱਥੋਂ ਲੈ ਕੇ ਜਾਈਏ ਜਿਹੜਾ ਸਾਨੂੰ ਬਾਹਰ, ਇੱਥੋਂ ਬਾਹਰ ਨਿਕਲ ਕੇ ਜਿਹੜਾ ਫਿਰ ਉਹ ਸਾਰਾ ਹੈ ਉਹਦੇ ਵਿੱਚੋਂ ਥੋੜ੍ਹੀ ਦੇਰ 1 ਘੰਟਾ ਅਸੀਂ ਨਿਕਲ ਆਈਏ। ਤੇ ਜੀ ਪਵਨ ਹੋਰਾਂ ਕੋਲੋਂ ਇਸ ਬਾਰੇ ਪੁੱਛਦੇ ਹਾਂ ਕਿ ਇਹਨਾਂ ਜਿਹੜਾ ਉਹਨਾਂ ਸਾਂਝੀਆਂ ਕੀਤੀਆਂ ਕਹਾਣੀਆਂ ਉਸ ਬਾਰੇ ਇਹਨਾਂ ਕੀ ਖਿਆਲ ਹੈ। ਜੀ ਪਵਨ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕਮ ਸਾਰਿਆਂ ਨੂੰ। 2 ਕਹਾਣੀਆਂ ਅਸੀਂ ਸੁਣੀਆਂ, ਲੋਕ ਕਹਾਣੀਆਂ, ਲੋਕ ਬਾਤ, ਲੋਕ ਗੀਤ ਔਰ ਲੋਕਾਂ ਦੇ ਮੂੰਹ ਦੀ ਗੱਲ। ਅਸੀਂ ਉਹਦੇ 'ਤੇ ਹੀ ਅੱਜ ਸਾਰਾ ਵਟਾਂਦਰਾ ਕਰ ਰਹੇ ਹਾਂ। 2 ਕਹਾਣੀਆਂ 2 ਅਲੱਗ ਦੌਰਾਂ ਦੀਆਂ ਸਨ। ਪਹਿਲਾ ਕੋਈ ਦੌਰ ਹੋਰ ਸੀ ਜਿਹੜਾ ਥੋੜ੍ਹਾ ਜਿਹਾ ਸਾਦਾ ਸੀ। ਦੂਜਾ ਦੌਰ ਕੋਈ ਥੋੜ੍ਹਾ ਜਿਹਾ ਉਹ ਹੋ ਗਿਆ ਜਿਹਦੇ ਥੋੜ੍ਹੀ ਜਿਹੀ ਐਡਵਾਂਸਮੈਂਟ ਆ ਗਈ। ਐਡਵਾਂਸਮੈਂਟ ਇਸ ਤਰ੍ਹਾਂ ਆ ਗਈ ਕਿ ਘੁੱਗੀ ਦੇ ਪੈਰੇ ਝਾਂਜਰਾਂ ਵੀ ਪੈ ਗਈਆਂ, ਥਾਣੇਦਾਰ ਵੀ ਆ ਗਿਆ, ਥਾਣੇਦਾਰ ਨੇ ਇਨਸਾਫ ਵੀ ਕਰ ਦਿੱਤਾ, ਘੁੱਗੀ ਨੇ ਆ ਕੇ ਆਪਣੀ ਗੱਲ ਵੀ ਸੁਣਾ ਦਿੱਤੀ ਤੇ ਮੇਣਾ ਵੀ ਮਾਰ ਦਿੱਤਾ। ਜੱਟੀ ਨੂੰ ਵੀ ਵਿਚਾਰੇ ਨੂੰ ਰੋਂਦੀ ਨੂੰ ਛੱਡ ਗਈ। ਉੱਧਰ ਸ਼ੁਗਲ ਵੀ ਲੱਗ ਗਿਆ। ਦੂਜੇ ਪਾਸੇ ਤੋਤੇ ਸਨ, ਉਹ ਤੋਤੇ ਵੀ ਪਿੰਜਰੇ 'ਚੋਂ ਨਿਕਲ ਗਏ। ਹੁਣ ਪਿੰਜਰਾ ਵੀ ਇੱਕ ਦੌਰ ਹੈ ਕਿ ਪਿੰਜਰਾ ਵੀ ਕਿਸੇ ਨੇ ਬਣਾਇਆ ਹੋਏਗਾ, ਪਿੰਜਰੇ ਦੇ ਵਿੱਚ ਉਹਨਾਂ ਨੂੰ ਪਾਇਆ ਹੋਏਗਾ। ਫਿਰ ਬੱਚਿਆਂ ਦਾ ਪਿੰਜਰੇ ਦੇ ਵਿੱਚ ਹੱਥ ਪਾ ਕੇ ਤੋਤੇ ਨੂੰ ਫੜਨਾ, ਇਹ ਵੀ ਇੱਕ ਦੌਰ ਹੈ। ਇਹ ਬੱਚੇ ਦੀ ਜਦੋਂ ਬੱਚਾ ਛੋਟਾ ਹੁੰਦਾ ਹੈ, ਉਸ ਤੋਂ ਬਾਅਦ ਵੱਡਾ ਹੁੰਦਾ ਹੈ, ਉਹ ਛੋਟੇ ਹੋਣ ਤੋਂ ਲੈ ਕੇ ਵੱਡੇ ਹੋਣ ਤੱਕ ਕਈ ਕਹਾਣੀਆਂ ਉਹਦੇ ਨਾਲ ਗੁਜ਼ਰਦੀਆਂ ਨੇ, ਕਈ ਉਹਦੇ ਨਾਲ ਗੱਲਾਂ ਬਾਤਾਂ ਵਾਪਰਦੀਆਂ ਨੇ। ਪਰ ਬੱਚੇ ਨੂੰ ਕਿੱਦਾਂ ਪਤਾ ਕਿ ਮੈਨੂੰ ਇਹ ਚੀਜ਼ ਚੰਗੀ ਲੱਗਦੀ, ਇਹਨੂੰ ਹੱਥ ਪਾਉਣਾ, ਇਹਨੂੰ ਨਹੀਂ ਪਾਉਣਾ, ਇਹ ਕੌਣ ਦੱਸਦਾ? ਇਹ ਮਾਵਾਂ ਦੱਸਦੀਆਂ ਨੇ, ਇਹ ਪਰਿਵਾਰ ਦੱਸਦੇ ਨੇ, ਘਰ ਵਾਲੇ ਦੱਸਦੇ ਨੇ, ਵੱਡੇ ਦੱਸਦੇ ਨੇ। ਜਿੱਦਾਂ ਹੁਣ ਸਾਡਾ ਪ੍ਰੋਬਲਮ ਇਹ ਹੈ, ਅਸੀਂ 2 ਕਹਾਣੀਆਂ ਦੇ ਵਿੱਚੋਂ ਹੀ ਚੀਜ਼ਾਂ ਕੱਢ ਲੈਣੀਆਂ ਨੇ। ਪ੍ਰੋਬਲਮ ਇਹ ਹੈ ਕਿ ਅਸੀਂ ਕਹਾਣੀਆਂ ਦੇ ਵਿੱਚ ਜਾਂਦੇ ਹੀ ਨਹੀਂ, ਅਸੀਂ ਬਾਹਰੋਂ ਸੁਣ ਲਈ। ਮੈਂ ਜਿੰਨੀ ਦੇਰ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ, ਅਸੀਂ ਹੁਣ ਸਾਰੇ ਇੱਕੋ ਹੀ ਬੰਦਾ ਗੱਲ ਕਰ ਰਹੇ ਹਾਂ। ਜਿੰਨੀ ਦੇਰ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸਾਂ, ਕਈ ਚਿਹਰੇ ਇਹੋ ਜਿਹੇ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਕਈ ਚਿਹਰੇ ਇਹੋ ਜਿਹੇ ਸਨ ਜਿਨ੍ਹਾਂ ਨੂੰ ਕੋਈ ਨਹੀਂ ਸੀ ਪਤਾ, ਉਹਨਾਂ ਦਾ ਇੰਟਰਸਟ ਸੀ, ਕਿਉਰਿਓਸਿਟੀ ਸੀ ਉਹਨਾਂ ਦੇ ਫੇਸ ਦੇ ਉੱਤੇ। ਕਈ ਚਿਹਰੇ ਇਹੋ ਜਿਹੇ ਸਨ ਜਿਨ੍ਹਾਂ ਨੂੰ ਇਹ ਸੀ ਯਾਰ ਅੱਛਾ ਇਹ ਵੀ ਕੋਈ ਚੀਜ਼ ਹੈ, ਇੱਦਾਂ ਦੀ ਵੀ ਕੋਈ ਗੱਲਬਾਤ ਹੁੰਦੀ। ਇਹ ਵੀ 3 ਵੱਖਰੇ ਦੌਰ ਨੇ, ਕਿਉਂਕਿ ਜਦੋਂ ਅਸੀਂ ਬਚਪਨ 'ਚ ਕਹਾਣੀਆਂ ਸੁਣੀਆਂ ਨੇ ਤੇ ਸਾਨੂੰ ਜਵਾਨੀ 'ਚ ਉਹਦਾ ਪਤਾ ਹੈ, ਤੇ ਬੁਢੇਪੇ 'ਚ ਜਾ ਕੇ ਅਸੀਂ ਕਹਿ ਸਕਦੇ ਹਾਂ ਸਾਨੂੰ ਸਿਆਣੇ ਗੱਲ ਸੁਣਾਉਂਦੇ ਹੁੰਦੇ ਸੀ। ਇਹ ਜਿਹੜੀਆਂ ਗੱਲਾਂ ਬਾਤਾਂ ਨੇ ਨਾ, ਸਿਆਣੇ ਕੌਣ ਨੇ? ਅਸੀਂ ਹਾਂ ਸਾਰੇ ਸਿਆਣੇ। ਮੈਂ ਗੱਲ ਕਰ ਦਿੱਤੀ, ਮੇਰੇ ਤੋਂ ਬਾਅਦ 3 ਨਸਲਾਂ ਬਾਅਦ ਕੋਈ ਕਹੇਗਾ ਸਿਆਣੇ ਕਹਿੰਦੇ ਸੀ। ਮੈਂ ਜਿਨ੍ਹਾਂ ਨੂੰ ਕਹਿ ਰਿਹਾ ਮੇਰੇ ਤੋਂ 4 ਨਸਲਾਂ ਪਹਿਲੇ ਵਾਲੇ ਹੋਣਗੇ। ਸਿਆਣਿਆਂ ਨੇ ਗੱਲ ਬਣਾਈ, ਉਹ ਗੱਲ ਉੱਥੋਂ ਤੁਰੀ, ਅੱਗੇ ਚੱਲਦੀ ਆਈ। ਇੱਕ ਦੌਰ ਗੁਜ਼ਰਿਆ, ਦੂਜਾ ਦੌਰ ਗੁਜ਼ਰਿਆ, ਤੀਜਾ ਦੌਰ ਗੁਜ਼ਰਿਆ, ਚੌਥੇ ਦੌਰ 'ਚ ਆ ਕੇ ਗੱਲ ਹੋਰ ਦੀ ਹੋਰ ਹੋ ਗਈ। ਬੰਦਾ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਜਾਂਦਾ, ਉਹ ਵੀ ਹੋਰ ਹੋ ਜਾਂਦਾ। ਇੱਕ ਜਗ੍ਹਾ 'ਚੋਂ ਬਦਲ ਕੇ ਦੂਸਰੇ ਜਗ੍ਹਾ 'ਚ ਰਹਿਣਾ ਸ਼ੁਰੂ ਕਰ ਦੇਵੇ ਉਹ। ਅਤੇ ਇਸੇ ਤਰ੍ਹਾਂ ਜਦੋਂ ਮੇਰੇ ਨਾਲ ਦੀ ਜਿਹੜੀ ਨਵੀਂ ਨਸਲ ਆਏਗੀ, ਉਹ ਗੱਲ ਦੇ ਵਿੱਚ ਥੋੜ੍ਹੀ ਜਿਹੀ ਐਡਵਾਂਸਮੈਂਟ 'ਤੇ ਲੈ ਕੇ ਆਏਗੀ। ਥੋੜ੍ਹਾ ਜਿਹਾ ਫਿਰ ਵਾਪਸ ਚਲੇ ਜਾਂਦੇ ਹਾਂ। ਪਹਿਲੇ ਇੱਕ ਦੌਰ ਸੀ ਜਦੋਂ ਮਾਵਾਂ ਬੱਚੇ ਨੂੰ ਝੋਲੀ 'ਚ ਪਾਉਂਦੀਆਂ ਸੀ, ਕਹਾਣੀ ਸੁਣਾਉਂਦੀਆਂ ਸੀ, ਚੂਰੀ ਖਵਾਉਂਦੀਆਂ ਸੀ। ਉਹ ਚੀਨੀ ਵਾਲੀ ਚੂਰੀ ਹਲੇ ਵੀ ਕਈ ਘਰਾਂ 'ਚ ਬਣਦੀ ਹੈ, ਉਹ ਖਵਾਉਂਦੀਆਂ ਸੀ ਅਤੇ ਸਵਾ ਦਿੰਦੀਆਂ ਸੀ। ਹੁਣ ਮੋਬਾਈਲ ਹੱਥ 'ਚ ਫੜਾਇਆ ਹੁੰਦਾ, ਮਜਬੂਰੀ ਹੈ। ਮਾਵਾਂ ਦੀ ਕੋਈ ਇਹਦੇ 'ਚ ਗਲਤੀ ਨਹੀਂ ਹੈ। ਇੱਕ ਚੀਜ਼ ਆ ਗਈ ਹੈ ਨਾ, ਟੈਕਨੋਲੋਜੀ। ਉਹ ਹੁਣ ਇੱਕ ਚੀਜ਼ ਆ ਗਈ, ਤੁਸੀਂ ਬੱਚੇ ਤੋਂ ਜਿੰਨਾ ਮਰਜ਼ੀ ਦੂਰ ਰੱਖ ਲਓ, ਉਹਨੇ ਫਿਰ ਵੀ ਵੇਖ ਲੈਣਾ, ਉਹਨੂੰ ਚਮਕਦੀ ਨਜ਼ਰ ਆਉਂਦੀ ਹੈ। ਅਗਰ ਅਸੀਂ ਐਡਵਾਂਸਮੈਂਟ ਵੱਲ ਜਾ ਰਹੇ ਹਾਂ, ਸਾਡੇ ਬੱਚੇ ਜਾ ਰਹੇ ਨੇ, ਦੈਨ ਇਹ ਲੋਕ ਬਾਤ ਅਤੇ ਲੋਕ ਕਹਾਣੀਆਂ ਵੀ ਜਾ ਸਕਦੀਆਂ ਨੇ। ਪੰਜਾਬ ਦੀ ਤਾਰੀਖ, ਪੰਜਾਬ ਦੇ ਬੋਲਣ ਦੀ, ਪੰਜਾਬ ਦੀ ਗੱਲਾਂ ਦੀ ਤਾਰੀਖ ਥੋੜ੍ਹੀ ਜਿਹੀ ਖਰੋਲ ਕੇ ਵੇਖੋ ਨਾ, ਅਤੇ ਪਹਿਲੇ ਕੁਝ ਹੋਰ ਗੱਲ ਸੀ, ਥੋੜ੍ਹੇ ਅਰਸੇ ਬਾਅਦ ਕੁਝ ਹੋਰ ਹੋ ਗਈ, ਅੱਜ ਕੁਝ ਹੋਰ ਹੈ। ਬੋਲੀ 'ਚ ਲਫ਼ਜ਼ ਜਿਹੜੇ ਵਰਤੇ ਜਾਂਦੇ ਸੀ ਪਹਿਲੇ ਕੁਝ ਹੋਰ ਸੀ, ਹੁਣ ਕੁਝ ਹੋਰ ਨੇ। ਅਤੇ ਅੱਜ ਅਸੀਂ ਸੁੱਖ ਨਾਲ ਵਿੱਚ ਇੰਗਲਿਸ਼ ਵੀ ਇਸਤੇਮਾਲ ਕਰਦੇ ਹਾਂ, ਵਿਚ ਇਜ਼ ਨਾਟ ਬੈਡ, ਹੋਣਾ ਚਾਹੀਦਾ।
ਲੇਕਿਨ ਗੱਲ ਤੇ ਕਰਨੀ ਹੈ ਨਾ, ਸ਼ੁਰੂ ਤੇ ਕਰਨੀ ਹੈ। ਔਰ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਮਾਹੌਲ ਦਾ ਬਦਲਾਅ ਦੇਖਿਆ ਕਹਾਣੀਆਂ ਦੇ ਵਿੱਚ। ਕਹਾਣੀ ਦਾ ਮਕਸਦ ਕੀ ਸੀ, ਬਾਲ ਕਹਾਣੀ ਕਿਉਂ ਸੁਣਾਈ ਗਈ, ਮਾਂ ਨੇ ਕਿਉਂ ਸੁਣਾਈ, ਤੇ ਜਿਹੜੀ ਉਹਨੇ ਗੱਲ ਕੀਤੀ ਉਹਨੇ ਗੱਲ ਚੂਜ਼ ਕਿਵੇਂ ਕੀਤੀ, ਜਾਂ ਉਹਨੇ ਕਿਵੇਂ ਫੈਸਲਾ ਕੀਤਾ ਕਿ ਮੈਨੂੰ ਇਹ ਸੁਣਾਉਣਾ ਹੈ, ਜਾਂ ਮੈਂ ਉਹਨੂੰ ਕੋਈ ਗਾਣਾ ਸੁਣਾਉਣਾ ਹੈ, ਜਾਂ ਮੈਂ ਉਹਨੂੰ ਕੋਈ ਹੋਰ ਚੀਜ਼ ਸੁਣਾਉਣੀ ਹੈ। ਉਹਨੇ ਇਸ ਕਰਕੇ ਫੈਸਲਾ ਕੀਤਾ ਕਿਉਂਕਿ ਜਦੋਂ ਉਹਨੇ ਪਹਿਲੀ ਗੱਲ ਉਹਨੂੰ ਸੁਣਾਈ ਤੋਤੇ ਵਾਲੀ, ਪਿੰਜਰੇ ਵਾਲੀ, ਉਹਦੇ 'ਚ ਉਹਨੇ ਕੁਝ ਸਬਕ ਦਿੱਤਾ, ਕੁਝ ਸਿਖਾਇਆ ਕਿ ਕੈਦ ਕੀ ਹੈ, ਆਜ਼ਾਦੀ ਕੀ ਹੈ, ਕਿਹੜੀ ਸ਼ੈ ਨੂੰ ਤੁਸੀਂ ਮਾਸੂਮੀਅਤ ਦੇ ਨਾਲ ਰੱਖਣਾ ਹੈ, ਕਿਹੜੀ ਸ਼ੈ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਡਿਫੈਂਸ ਕਰਨਾ ਹੈ। ਦੂਸਰੀ ਕਹਾਣੀ 'ਚ ਆ ਜਾਂਦੇ ਹਾਂ, ਛੋਟਾ ਛੋਟਾ ਦੱਸਾਂਗੇ, ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ, ਸਾਰਿਆਂ ਨੂੰ ਪਤਾ। ਘੁੱਗੀ ਵਾਲੇ ਪਾਸੇ ਆ ਗਏ, ਉਹਦੇ 'ਚ ਇੱਕ ਲੈਸਨ ਆ ਗਿਆ ਥਾਣੇਦਾਰ ਦਾ। ਉਹਦੇ 'ਚ ਇੱਕ ਲੈਸਨ ਇਹ ਆਇਆ ਕਿ ਤੁਸੀਂ ਕਿਸੇ ਨਾਲ ਮਾੜਾ ਕਰੋਗੇ ਤੁਹਾਡੇ ਨਾਲ ਮਾੜਾ ਹੋ ਸਕਦਾ ਹੈ। ਦਿਲ ਨੂੰ ਨਰਮ ਰੱਖਣ ਦਾ ਲੈਸਨ ਆ ਗਿਆ। ਫਿਰ ਇਹ ਵੀ ਲੈਸਨ ਆ ਗਿਆ ਕਿ ਜਦੋਂ ਸਾਨੂੰ ਕੋਈ ਸ਼ੈ ਮਿਲ ਜਾਂਦੀ ਤੇ ਅਸੀਂ ਦੂਸਰਿਆਂ ਨੂੰ ਜਾ ਕੇ ਅੱਗੋਂ ਗੱਲ ਸੁਣਾਉਂਦੇ ਹਾਂ ਕਿ ਲਓ ਜੀ ਮੈਂ ਇਹ ਕਰ ਰਹੀ ਹਾਂ, ਜਿਵੇਂ ਘੁੱਗੀ ਨੇ ਕਿਹਾ ਕਿ ਜੱਟ ਫਸਾ ਆਈ ਹਾਂ। ਤਾਂ ਇਹ ਵੀ ਇੱਕ ਦੌਰ ਹੈ ਨਾ ਸਾਡਾ, ਬਿਲਕੁਲ ਇੱਕ ਦੌਰ ਸੀ। ਪਹਿਲੇ ਅਸੀਂ ਚੁੱਪ ਕਰ ਜਾਂਦੇ ਸੀ, ਵੱਟ ਜਾਂਦੇ ਸੀ। ਕਹਿੰਦੇ ਨਾ ਪਹਿਲੇ ਦੌਰ, ਅਸੀਂ ਹੁਣ ਤੇ ਸਾਡੀ ਤੇ ਨਸਲ, ਅਸੀਂ ਤੇ ਇਹੀ ਕਹਿ ਸਕਦੇ ਹਾਂ ਕਿ ਪਹਿਲੇ ਦੌਰ ਹੋਰ ਹੁੰਦਾ ਸੀ। ਲੋਕੀ ਇੱਕ ਦੂਜੇ ਦੀ ਹਯਾ ਕਰਦੇ ਸਨ, ਅਸੀਂ ਨਹੀਂ ਕਰਦੇ, ਅਸੀਂ ਨਹੀਂ ਇੱਕ ਦੂਜੇ ਵੱਲ ਦੇਖ ਕੇ ਤੇ ਪਹਿਲੇ ਅਸੀਂ ਤਿਆਰ ਹੁੰਦੇ ਹਾਂ ਕਿ ਅਸੀਂ ਕੀ ਕਰਨਾ। ਇਹ ਦੌਰ ਸੀ ਐਡਵਾਂਸਮੈਂਟ ਤੇ ਕਹਾਣੀਆਂ ਦੇ ਵਿੱਚੋਂ ਜਿਹੜੀਆਂ ਗੱਲਾਂ ਬਣੀਆਂ। ਔਰ ਜਦੋਂ ਅਸੀਂ ਲੋਕ ਗੀਤ ਦੇ ਉੱਤੇ ਹੁਣ ਚੁੱਕੇ, ਅਗਲਾ ਸਾਡਾ ਅਸੀਂ ਉੱਧਰ ਨੂੰ ਤੁਰਨ ਲੱਗੇ। ਇਹੀ ਕਹਾਣੀਆਂ ਮਾਵਾਂ ਗਾ ਕੇ ਬੱਚਿਆਂ ਨੂੰ ਸੁਣਾਉਂਦੀਆਂ ਹੁੰਦੀਆਂ ਸੀ, ਜਿਹਨੂੰ ਅਸੀਂ ਲੋਰੀ ਵੀ ਕਹਿੰਦੇ ਹਾਂ। ਅਤੇ ਉਹ ਲੋਕ ਗੀਤ 'ਤੇ ਅੱਗੇ ਗੱਲ ਤੋਰਨਗੇ, ਤੁਹਾਨੂੰ ਇਹਨਾਂ ਨੇ ਸੁਣਾਉਣਾ ਵੀ ਹੈ ਅੱਜ, ਬਹੁਤ ਸੋਹਣਾ ਸੋਹਣਾ ਗਾਉਂਦੇ ਵੀ ਨੇ। ਜੀ ਪਵਨ ਬਾਈ ਦੀ ਗੱਲ ਅੱਗੇ ਤੋਰਦਿਆਂ ਹੋਇਆ ਹੀ ਕਿ ਜਿੱਥੋਂ ਤੱਕ ਸਾਨੂੰ ਸੁਰਤ ਲੱਗੀ ਹੈ ਕਿ ਇੱਕ ਜਿਹੜੀ ਖਾਸ ਗੱਲ ਹੈ ਸਾਡੇ ਪੰਜਾਬੀ ਕਲਚਰ ਦੀ ਨਾ, ਪੰਜਾਬੀ ਕਲਚਰ 'ਚ ਕਿਹੜੀ ਸਵਾਣੀ ਦਾ ਕਿਰਦਾਰ ਹੈ, ਉਹ ਕਦੀ ਵੀ ਆਪਣੇ ਘਰਲੇ ਦਾ ਸਾਥ ਨਹੀਂ ਛੱਡਦੀ। ਵੇਖੋ ਨਾ ਕਿ ਤੋਤੀ ਰਾਹੀਂ ਗੱਲ ਸਮਝਾਈ ਗਈ ਹੈ ਕਿ ਸਵਾਣੀ ਨਾ ਬੇਸਿਕਲੀ ਕਿ ਉਹ ਜਿੰਨਾ ਵੀ ਔਖਾ ਸੌਖਾ ਵੇਲਾ ਆ ਜਾਵੇ, ਔਖ ਸੌਖ ਵੇਲੇ ਵਿੱਚ ਆਪਣੇ ਘਰਲੇ ਨੂੰ ਛੱਡ ਕੇ ਨਹੀਂ ਗਈ ਉਹ। ਯਾਨੀ ਉਹਨੂੰ ਆਪਣੇ ਬਾਲਾਂ ਦੀ ਫਿਕਰ ਵੀ ਸੀ ਇੱਕ ਪਾਸੇ, ਦੂਜੇ ਪਾਸੇ ਉਹਨੂੰ ਆਪਣੇ ਘਰਲੇ ਦੀ ਫਿਕਰ ਵੀ ਸੀ। ਇਹ ਨਹੀਂ ਕਿ ਉਹਦਾ ਘਰਲਾ ਫੜਿਆ ਗਿਆ ਅਤੇ ਆਪ ਯਾਰ ਕੇ ਸੁੱਤੇ ਪਏ ਨੇ, ਨਹੀਂ। ਸਵਾਣੀ ਦੇ ਕਿਰਦਾਰ ਬਾਰੇ ਦੱਸਿਆ ਗਿਆ ਹੈ ਕਿ ਉਹ ਔਖਾ ਸੌਖਾ ਵੇਲਾ ਆ ਜਾਏ ਨਾ ਅਤੇ ਆਪਣੇ ਘਰਲੇ ਦੀ ਬਾਂਹ ਬੇਲੀ ਬਣਦੀ ਹੈ। ਜਿਹੜੀ ਜਿੰਨੀ ਕੁ ਸੁਰਤ ਸਾਨੂੰ ਲੱਗ ਸਕੀ ਹੈ ਕਿ ਜਿਵੇਂ ਸਾਡੇ ਪੇਕੇ ਸਾਨੂੰ ਦੱਸਦੇ ਰਹੇ ਨੇ ਕਿ ਸਵਾਣੀ ਦੇ ਕਿਰਦਾਰ ਨੂੰ ਪੰਜਾਬੀ ਕਲਚਰ ਵਿੱਚ ਦੱਸਿਆ ਗਿਆ ਹੈ ਕਿ ਉਹ ਜਿੰਨਾ ਵੀ ਔਖਾ ਵੇਲਾ ਆ ਜਾਵੇ, ਉਸ ਔਖੇ ਵੇਲੇ ਵਿੱਚ ਆਪਣੇ ਕਿਹੜਾ ਉਹਦਾ ਪਰਿਵਾਰ ਹੁੰਦਾ, ਉਹਦਾ ਘਰ ਹੁੰਦਾ, ਕੁੰਬਾ ਹੁੰਦਾ, ਉਹਦਾ ਸਾਥ ਨਹੀਂ ਛੱਡਦੀ, ਬਲਕਿ ਉਹਦੀ ਬਾਂਹ ਬੇਲੀ ਬਣਦੀ। ਜੀ ਬੁਜ਼ਰਗ ਭਾਈ, ਗੱਲ ਮੁਖਤਲਿਫ ਜਿਹੜੇ ਪੱਖ ਸਨ ਉਹਨਾਂ 'ਤੇ ਹੋਈ ਹੈ। ਅਸੀਂ ਕਹਿ ਰਹੇ ਸਾਂ ਕਿ ਲੋਕ ਬਾਤ ਕਹਾਣੀ ਜਿਹੜੀ ਹੈ ਉਹ ਕਿਵੇਂ ਸਾਨੂੰ ਲੋਕਾਂ ਦੀ ਜਿਹੜੀ ਤਾਰੀਖ ਹੈ ਉਹਦੇ ਬਾਰੇ ਦੱਸ ਰਹੀ ਹੈ। ਹੁਣ ਇੱਕ ਹੀ ਕਹਾਣੀ ਜਿਹੜੀ ਅਸੀਂ ਸੁਣੀ, ਕੀ ਹੋਇਆ ਹੈ ਕਿ ਇਹ ਘੁੱਗੀ ਕੋਈ ਮਾੜਾ ਜੀ ਤੇ ਨਹੀਂ ਜਿਹਦੇ ਕੋਲ ਪਹਿਲੀ ਕੋਈ ਨਹੀਂ, ਅਤੇ ਕੋਈ ਜੱਟ ਹੈ ਜਿਹੜਾ ਹੈ ਉਹ ਵਾਰ ਹੈ, ਪਹਿਲੀ ਵਾਰ ਹੈ। ਅਤੇ ਇਹ ਕਿਹੜਾ ਦੌਰ ਹੈ ਜਦੋਂ ਜ਼ਮੀਨਾਂ ਜਿਹੜੀਆਂ ਸਨ ਉਹ ਨਾਵੇਂ ਲੱਗੀਆਂ ਅਤੇ ਵੰਡੀਆਂ ਗਈਆਂ ਲੋਕਾਂ ਵਿੱਚ, ਅਤੇ ਇੱਕ ਖਾਸ ਮੇਲ ਜਿਹੜਾ ਜੱਟ ਮੇਲ ਸੀ ਕਿਵੇਂ ਉਹਦੇ ਵਿੱਚੋਂ ਫਿਰ ਬਣਿਆ। ਅਤੇ ਇਹ ਸਾਰਾ ਜਿਹੜਾ ਕਲੋਨੀਅਲ ਪੀਰੀਅਡ ਹੈ, ਇਹ ਜਿਹੜੀ ਦੂਜੀ ਕਹਾਣੀ ਹੈ ਖਾਸ ਤੌਰ 'ਤੇ ਘੁੱਗੀ ਥਾਣੇਦਾਰ ਵਾਲੀ, ਇਹ ਸਾਨੂੰ ਉਸ ਕਲੋਨੀਅਲ ਪੀਰੀਅਡ ਬਾਰੇ ਦੱਸ ਰਹੀ ਹੈ, ਉਹਦੇ ਬਾਰੇ ਪੂਰੀ ਗੱਲ ਸਮਝਾ ਰਹੀ ਹੈ ਕਿ ਕਿਵੇਂ ਥਾਣੇ ਦਾ ਕਲਚਰ ਆ ਰਿਹਾ ਇੱਥੇ। ਦੂਜਾ ਇਹ ਹੈ ਕਿ ਮਾੜਾ ਜੀ ਜਿਹਦੇ ਕੋਲ ਆਪਣੀ ਕੋਈ ਪਹਿਲੀ ਨਹੀਂ, ਉਹ ਜਦੋਂ ਕਿਸੇ ਜਿਹੜਾ ਕੋਈ ਵੱਡਾ ਜ਼ਿਮੀਂਦਾਰ ਹੈ ਜਾਂ ਜੱਟ ਹੈ, ਉਹ ਥੋੜ੍ਹੀ ਜਿਹੀ ਜੇ ਉੱਥੇ ਜਾ ਕੇ ਕੋਈ ਅਮਰੂਦ, ਜਿਵੇਂ ਤੋਤੇ ਵਾਲੀ ਕਹਾਣੀ 'ਚ ਸੀ ਕਿ ਅਮਰੂਦ ਉੱਥੋਂ ਖਾਂਦਾ ਹੈ ਅਤੇ ਉਹਨੂੰ ਇਸ ਗੱਲ 'ਤੇ ਫੜ ਲੈਂਦਾ ਹੈ। ਧਰਤੀ ਤੇ ਰੱਬ ਦੀ ਹੈ, ਅਸੀਂ ਤਾਂ ਮੰਨਦੇ ਹਾਂ ਇਹ ਸਾਰਿਆਂ ਦੀ ਹੈ। ਪਰ ਜਦੋਂ ਇਹ ਮੇਲ ਬੰਦੀ ਬਣੀ, ਕੁਝ ਮਾਲਕ ਹੋਏ, ਕੁਝ ਜਿਹੜੇ ਸਨ ਉਹ ਬੇਜ਼ਮੀਨੇ ਹੋਏ। ਘੁੱਗੀ ਤੇ ਗੱਲ ਨਹੀਂ ਕਰਦੀ ਪਰ ਕਹਾਣੀ ਵਿੱਚ ਕਰ ਰਹੀ ਹੈ। ਘੁੱਗੀ ਰੋ ਰਹੀ ਹੈ, ਅਰਜ਼ ਕਰ ਰਹੀ ਹੈ ਆਪਣੀ, ਲੇਕਿਨ ਲੋਕ ਕਹਾਣੀ ਫਿਰ ਕੀ ਇਹਦਾ ਰੰਗ ਬਣਦਾ ਹੈ ਕਿ ਬਾਅਦ 'ਚ ਉਹ ਫਿਰ ਕਿਸ ਤਰ੍ਹਾਂ ਜੱਟ ਨੂੰ ਫਸਾ ਵੀ ਰਹੀ ਹੈ। ਇਹ ਕੀ ਸਿਆਣਪ ਹੈ ਜੇ ਘੁੱਗੀ ਜਿਹੜਾ ਹੈ ਉਹ ਮਾੜਾ ਜੀ ਹੈ ਅਤੇ
ਇਹ ਥਾਣੇਦਾਰ ਵਾਲੀ ਗੱਲ ਇਹਨੂੰ ਇਹਦੇ 'ਤੇ ਜੇ ਹੋਰ ਹੋਵੇ ਕਿ ਇਹ ਕੀ ਗੱਲ ਸੀ। ਅਤੇ ਨਿੱਕੀ ਜਿਹੀ ਗੱਲ ਫਾਤਮਾ, ਉਸ ਤੋਂ ਬਾਅਦ ਤੁਸੀਂ ਤੁਰਿਆ ਜੇ ਲੈ ਕੇ, ਕਿ ਜਦੋਂ ਅਸੀਂ ਲੋਕ ਵਾਰ ਦੀ ਗੱਲ ਕਰਨੇ ਆ ਜਾਂ ਲੋਕ ਅਦਬ ਦੀ ਗੱਲ ਕਰਨੇ ਆ ਤੇ ਇੰਜ ਲੱਗਦਾ ਹੈ ਜਿਵੇਂ ਉਹ ਜਣੀ ਦੀ ਸਾਂਭੀ ਹੋਈ ਤਾਰੀਖ ਹੈ। ਇੱਕ ਉਹ ਤਾਰੀਖ ਹੈ ਜਿਹੜੀ ਲਿਖਵਾਈ ਗਈ, ਇੱਕ ਉਹ ਹੈ ਜਿਹੜੀ ਸਾਡੀ ਜਣੀਆਂ ਨੇ ਜੋੜੀ। ਉਹ ਸਾਰੀ ਸਾਡੇ ਲੋਕ ਗੀਤਾਂ ਵਿੱਚ, ਸਾਡੀ ਲੋਕ ਕਹਾਣੀਆਂ ਵਿੱਚ ਮੌਜੂਦ ਹੈ। ਅਤੇ ਉਸ ਲੁਕਾਈ ਦਾ ਪੂਰਾ ਦੁੱਖ ਕਿ ਜੱਟ ਜਿਹੜਾ ਹੈ ਉਹ 4 ਦਾਣੇ ਨਹੀਂ ਚੁਗਣ ਦੇ ਰਿਹਾ, ਅਮਰੂਦ ਨਹੀਂ ਖਾਣ ਦੇ ਰਿਹਾ। ਇਹ ਕਦੋਂ ਹੋਇਆ? ਜ਼ਮੀਨ ਤੇ ਸਾਂਝੀ ਸੀ, ਕਦੋਂ ਉਹ ਮਾੜਾ ਪੱਖੂ ਹੈ। ਅਤੇ ਇਹ ਕਿਹੜੇ ਮੇਲ ਦਾ ਦੁੱਖ ਸਾਂਝਾ ਕਰ ਰਹੀਆਂ ਨੇ ਇਹ ਕਹਾਣੀਆਂ ਲੋਕ। ਇਸ ਬਾਰੇ ਗੌਰ ਕਰਨ ਦੀ ਅਤੇ ਇਹਨੂੰ ਵੇਖਣ ਦੀ ਬਹੁਤ ਲੋੜ ਹੈ। ਅਤੇ ਅੱਛਾ, ਇਸੇ ਤਰ੍ਹਾਂ ਨਾ ਇੱਕ ਜਿਸ ਤਰ੍ਹਾਂ ਇਹ ਪੈਰਲਲ ਚੀਜ਼ਾਂ ਚੱਲਦੀਆਂ ਨੇ, ਅਸੀਂ ਤੁਹਾਡੇ ਸਾਹਮਣੇ ਬੈਠੇ, ਅਸੀਂ ਕੋਈ ਕਥਾ ਨਹੀਂ ਕਰ ਰਹੇ, ਕੋਈ ਇਹੋ ਜਿਹਾ ਵਚਨ ਨਹੀਂ ਸੁਣਾ ਰਹੇ। ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗੇ ਕੋਈ ਬਹੁਤ ਇੰਪੋਰਟੈਂਟ ਗੱਲ ਹੈ ਔਰ ਬਹੁਤ ਜ਼ਰੂਰੀ ਗੱਲ ਹੈ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਕਿਉਂਕਿ ਸਾਡਾ ਕੰਮ ਹੈ ਅਸੀਂ ਪੰਜਾਬੀ 'ਚ ਗੱਲ ਕਰਨੀ ਹੈ। ਸਾਡਾ ਮਕਸਦ ਇੰਨਾ ਹੈ ਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਪੰਜਾਬੀ ਕੀ, ਤੇ ਸਾਨੂੰ ਤੁਹਾਡੇ ਕੋਲ ਸਿੱਖਣ ਨੂੰ ਕੁਝ ਮਿਲ ਜਾਏ ਤੇ ਦੈਟਸ ਵੈਲ ਐਂਡ ਬੈਟਰ। ਕਿਸੇ ਦੇ ਜ਼ਿਹਨ 'ਚ ਕੋਈ ਸਵਾਲ ਹੋਵੇ ਜੀ, ਬਿਲਕੁਲ। ਇਹ ਜਿਹੜੀਆਂ 2 ਚੀਜ਼ਾਂ ਨੇ ਨਾ, ਪੈਰਲਲ ਚੱਲ ਰਹੀਆਂ ਨੇ। ਇੱਕ ਪਾਸੇ ਲੋਕ ਗੀਤ, ਲੋਕ ਬਿਆਨੀਆਂ ਤੇ ਲੋਕ ਕਹਾਣੀ ਨਾਲ ਚੱਲ ਰਹੀ, ਦੂਜੇ ਪਾਸੇ ਫਿਰ ਉਹ ਕਹਾਣੀਆਂ ਜਿਹੜੀਆਂ ਅਸੀਂ ਆਪ ਲਿਖਾ ਕੇ ਆਪ ਬਣਵਾ ਲਈਆਂ, ਜਿਹਨੂੰ ਅਸੀਂ ਤਾਰੀਖ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਵਾਰਾਂ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਆਪਣੀ ਬਹਾਦਰੀ ਦੇ ਕਿੱਸੇ ਕਹਿ ਸਕਦੇ ਹਾਂ। ਕਿਉਂਕਿ ਜਦੋਂ ਮੈਂ ਗੱਲ ਲਿਖਵਾਵਾਂਗਾ ਤੇ ਮੈਂ ਉਹਦੇ 'ਚ ਇਹ ਲਿਖਾਂਗਾ ਕਿ ਪਵਨ ਬਹੁਤ ਵਧੀਆ ਬੰਦਾ। ਬਿਲਕੁਲ। ਮੈਂ ਜਦੋਂ ਲਿਖਾਵਾਂਗਾ ਮੈਂ ਹੀ ਲਿਖਾਂਗਾ। ਜਦੋਂ ਤੁਸੀਂ ਗੱਲ ਕਰੋਗੇ ਤੇ ਤੁਸੀਂ ਆਪਣੇ ਅੰਦਾਜ਼ ਨਾਲ ਗੱਲ ਕਰੋਗੇ ਕਿ ਪਵਨ ਕਿੱਦਾਂ ਦਾ, ਉਹ ਇੱਦਾਂ ਦਾ ਸੀ, ਪਹਿਲੇ ਇੱਦਾਂ ਦਾ ਸੀ, ਫਿਰ ਇੱਦਾਂ ਦਾ ਹੋ ਗਿਆ, ਹੁਣ ਇੱਦਾਂ ਦਾ। ਅਤੇ ਉਹ ਜਦੋਂ ਤੁਸੀਂ ਡਿਫਾਈਨ ਕਰੋਗੇ, ਉਹ ਅੱਗੇ ਚੱਲੇਗੀ ਦੂਸਰੇ ਬੰਦੇ ਤੋਂ, ਮੂੰਹ ਤੋਂ ਚੱਲੀ ਗੱਲ ਜਿਹੜੀ ਹੈ ਨਾ। ਅੱਜ ਦਾ ਜਿਹੜਾ ਦੌਰ ਹੈ, ਅੱਜ ਵੀ ਅਸੀਂ ਰੈਫਰੈਂਸ ਦੇ ਉੱਤੇ ਡਿਪੈਂਡ ਕਰਦੇ ਹਾਂ। ਅਸੀਂ ਜਿਹੜੇ ਲੋਕਾਂ ਨੇ ਇੱਕ ਉਹਦਾ ਬਿਆਨੀਆ ਦੇਣਾ ਹੁੰਦਾ, ਅਸੀਂ ਉਹਦੇ 'ਤੇ ਅਸੀਂ ਜਦੋਂ ਕਿਤੇ ਜਾਂਦੇ ਹਾਂ ਅਸੀਂ ਪੁੱਛ ਲੈਂਦੇ ਹਾਂ 2-4 ਲੋਕਾਂ ਕੋਲੋਂ ਰਿਵਿਊ, ਜਿਹਨੂੰ ਅੱਜ ਅਸੀਂ ਲੇਟੈਸਟ ਇਨਵਾਇਰਮੈਂਟ ਦੇ ਵਿੱਚ ਕਹਿ ਦਿੰਦੇ ਹਾਂ ਕਿ ਰਿਵਿਊ ਕੀ ਹੈ ਉਹਦਾ, ਲੋਕ ਉਹਦੇ ਬਾਰੇ ਕੀ ਕਹਿ ਰਹੇ ਨੇ। ਇਸੇ ਤਰ੍ਹਾਂ ਲੋਕਾਂ ਨੇ ਚੀਜ਼ਾਂ ਦੇ ਬਾਰੇ ਗੱਲਾਂ ਬਣਾਈਆਂ ਜਿਹੜੀਆਂ ਅੱਗੇ ਤੋਂ ਅੱਗੇ ਤੁਰਦੀਆਂ ਗਈਆਂ। ਅਤੇ ਇਹ ਸਾਡਾ ਉਹ ਕਲਚਰ ਹੈ ਜਿਹੜਾ ਅਸੀਂ ਲਿਖਿਆ ਨਹੀਂ, ਇਹ ਆਪ ਬੁਣਿਆ ਗਿਆ, ਇਹ ਆਪ ਡਿਜ਼ਾਈਨ ਹੋਇਆ ਹੈ, ਇਹ ਆਪ ਡਿਫਾਈਨ ਹੋਇਆ ਜੀ। ਬਿਲਕੁਲ। ਭਾਜੀ ਨਾਲ ਸਵਾਲ ਕੋਈ ਜੀ, ਮਾਈਕ ਪ੍ਰੋਵਾਈਡ ਕਰਿਆ ਜੀ ਬਈ। ਕੋਈ ਨਹੀਂ, ਉੱਦਾਂ ਕਰ ਲਓ ਜੀ, ਉਦਾਂ ਹੀ ਉੱਚੀ ਕਰ ਲਵੋ। ਅੱਛਾ, ਇਹ ਮਾਈਕ ਪ੍ਰੋਵਾਈਡ ਕਰਿਆ ਜੀ ਵੀਰ ਜੀ, ਮਾਈਕ ਦਿਆ ਜੀ ਜ਼ਰਾ। ਜੀ ਬਿਲਕੁਲ ਜੀ ਹੈ, ਹਾਂਜੀ ਬਿਲਕੁਲ। ਉਸ ਤੋਂ ਪਹਿਲੇ ਫਾਤਮਾ ਦੇ ਤੋਂ ਕਰ ਲਓ। ਨਹੀਂ, ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ। ਜੀ ਬਿਲਕੁਲ, ਹਾਂਜੀ ਜੀ। ਤੁਸੀਂ ਗੱਲ ਕੀਤੀ ਕਿ ਵੇਲਾ ਬਦਲਣ ਦੇ ਨਾਲ ਜਿਹੜਾ ਨਾ ਅਸੀਂ ਬੜੀ ਸਹੂਲਤ ਨਾਲ ਅੰਗਰੇਜ਼ੀ ਵੀ ਬੋਲੀ ਦੀ ਹੈ, ਅਤੇ ਬੋਲੀ ਜਿਹੜੀ ਇਸੇ ਤਰ੍ਹਾਂ ਹੀ ਚੱਲਦੀ, ਔਰ ਇਹਨੂੰ ਤੁਸੀਂ ਬਕੌਲ ਤੁਹਾਡੇ ਵਰਡਸ ਵਿੱਚ ਐਡਵਾਂਸਮੈਂਟ ਹੈ। ਅਤੇ ਮਤਲਬ ਜੇ ਅਗਰ ਅਸੀਂ ਇਹ ਬੋਲੀਏ ਕਿ ਵਿੰਡੋਆਂ ਸ਼ੱਟ ਕਰਦੇ ਫਲਾਈਆਂ ਅੰਦਰ ਆਣ ਡਈਆਂ, ਅਤੇ ਇਹਨੂੰ ਅਸੀਂ ਪੰਜਾਬੀ ਕਹਾਂਗੇ, ਜਾਂ ਕਿੱਡੀ ਸਹੂਲਤ ਦੇ ਨਾਲ ਅਸੀਂ ਦੂਜੀਆਂ ਬੋਲੀਆਂ ਦਾ ਅਸਰ ਲੈ ਕੇ ਆਪਣੇ ਲਫ਼ਜ਼ ਭੁੱਲੀ ਜਾਵਾਂਗੇ। ਔਰ ਇਹ ਹੋ ਰਿਹਾ ਹੈ। ਹਾਂ, ਇਹ ਹੈ, ਹਾਂਜੀ, ਇਹ ਹੋ ਰਿਹਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਬੜੀ ਸੀਰੀਅਸਲੀ, ਬੜਾ ਇਹਦੇ 'ਤੇ ਗੌਰ ਕਰਨ ਦੀ ਗੱਲ ਹੈ। ਇਹਦਾ ਅਸੀਂ ਸਾਰੇ ਸ਼ਿਕਾਰ ਹਾਂ। ਬਿਲਕੁਲ ਇੰਜੀ। ਔਰ ਇਹਦੇ ਨਤੀਜੇ 'ਚ ਇਹ ਹੋ ਰਿਹਾ ਕਿ ਜਿਹੜੇ ਸਾਡੇ ਲਫ਼ਜ਼ ਨੇ ਉਹ ਸਾਨੂੰ ਭੁੱਲਦੇ ਜਾ ਰਹੇ ਨੇ। ਔਰ ਅੱਜ ਅਸੀਂ ਜਦੋਂ ਦੇਖਦੇ ਹਾਂ ਨਾ ਨਾਨਕ ਦੇ ਕਲਾਮ ਨੂੰ ਜਾਂ ਵਾਰਿਸ ਸ਼ਾਹ ਨੂੰ, ਸਾਨੂੰ ਇੱਕ ਲਫ਼ਜ਼ ਜਿਹੜਾ ਨਾ ਉਹ ਚਕਰਾ ਦਿੰਦਾ, ਲੱਭਣਾ ਪੈਂਦਾ। ਹਾਂਜੀ, ਲੱਭਣਾ ਪੈਂਦਾ। ਲੇਕਿਨ ਅਸੀਂ ਅਗਰ ਇਹ ਆਪਣੇ ਇੰਗਲਿਸ਼ ਮੀਡੀਅਮ ਸਕੂਲਾਂ 'ਚੋਂ ਬਾਹਰ ਨਿਕਲ ਕੇ, ਲਾਹੌਰੋਂ ਬਾਹਰ ਨਿਕਲ ਕੇ ਕਿਸੇ ਵੀ ਪਿੰਡ ਥਾਂ ਚਲੇ ਜਾਈਏ ਨਾ, ਲਫ਼ਜ਼ ਹਲੇ ਉੱਥੇ ਜਿਉਂਦੇ ਵਸਦੇ ਨੇ। ਤੁਹਾਡੀ ਗੱਲ ਨੂੰ ਅੱਗੇ ਤੋਰਦੇ ਹਾਂ, ਬਹੁਤਾ ਅੱਗੇ ਨਾ ਤੋਰਨਾ। ਨਹੀਂ, ਇੰਨਾ ਕੁ ਅੱਗੇ ਤੋਰਾਂਗੇ ਕਿ ਤੁਸੀਂ ਵੀ ਨਾਲ ਤੁਰ ਜਾਓ। ਅੱਛਾ, ਹੋਇਆ ਇਹ ਹੈ, ਇਹੋ ਜਿਹਾ ਕੋਈ ਵੱਡਾ ਰੌਲਾ ਨਹੀਂ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਨੂੰ ਆਪ ਹੀ ਕਾਬੂ ਕਰ ਸਕਦੇ ਹਾਂ ਜਿਹੜਾ ਅਸੀਂ ਨਹੀਂ ਕਰ ਪਾ ਰਹੇ। ਰੀਜ਼ਨ ਕੀ ਹੈ?
ਜਦੋਂ ਤੁਸੀਂ ਕਿਸੇ ਬੱਚੇ ਨੂੰ ਜੰਗਲ 'ਚ ਛੱਡ ਦਿਓਗੇ ਨਾ, ਉਹ ਬੋਲਣਾ ਨਹੀਂ ਸਿੱਖ ਸਕੇਗਾ। ਜਦੋਂ ਤੁਸੀਂ ਕਿਸੇ ਬੱਚੇ ਨੂੰ ਕਿਸੇ ਇਹੋ ਜਿਹੀ ਥਾਂ 'ਚ ਛੱਡ ਦਿਓਗੇ, ਉਹਨੂੰ ਗੱਲ ਕਰਨੀ ਨਹੀਂ ਆਏਗੀ। ਅੱਜ ਅਸੀਂ ਆਪਣੇ ਬੱਚਿਆਂ ਨੂੰ ਉਹੋ ਜਿਹੇ ਇੱਕ ਇਨਵਾਇਰਨਮੈਂਟ ਦੇ ਵਿੱਚ ਲੈ ਕੇ ਆਏ ਹੋਏ ਹਾਂ। ਸੋ ਸਾਡੀ ਪਤਾ ਲੜਾਈ ਕਿੱਥੋਂ ਹੁੰਦੀ ਹੈ? ਸਾਡੀ ਲੜਾਈ ਇੱਥੋਂ ਹੁੰਦੀ ਕਿ ਮੈਂ ਪੰਜਾਬੀ 'ਚ ਗੱਲ ਕਰ ਰਿਹਾ ਅਤੇ ਅਗਲੇ ਬੰਦੇ ਨੂੰ ਮੇਰੇ ਜੋਗੀ ਪੰਜਾਬੀ ਨਹੀਂ ਆਉਂਦੀ। ਮੈਂ ਪੰਜਾਬੀ ਦੇ ਵਿੱਚ ਇੰਨੀਆਂ ਕਿਤਾਬਾਂ ਪੜ੍ਹ ਰੱਖੀਆਂ ਨੇ, ਇਹਨੂੰ ਤਾਂ ਸ਼ੇਰਾਂ ਦਾ ਪਤਾ ਹੀ ਨਹੀਂ, ਇਹਨੂੰ ਬਾਬੇ ਦਾ ਨਹੀਂ ਪਤਾ, ਇਹਨੂੰ ਬੁੱਲੇ ਸ਼ਾਹ ਦਾ ਨਹੀਂ ਪਤਾ, ਇਹਨੇ ਨਾਨਕ ਦੀ ਬਾਣੀ ਨਹੀਂ ਪੜ੍ਹੀ, ਇਹਨੇ ਇਹ ਨਹੀਂ ਪੜ੍ਹਿਆ, ਇਹਨੇ ਉਹ ਨਹੀਂ ਪੜ੍ਹਿਆ। ਇੱਦਾਂ ਨਹੀਂ ਹੁੰਦਾ। ਹੋਏਗਾ ਇੰਜ ਕਿ ਅਸੀਂ ਬੋਲਣਾ ਸ਼ੁਰੂ ਕਰਾਂਗੇ। ਸਭ ਤੋਂ ਪਹਿਲੇ ਆਉਂਦਾ ਅੱਖਰ। ਅਸੀਂ ਬੱਚੇ ਨੂੰ ਪੰਜਾਬੀ 'ਚ ਗੱਲ ਕਰਨੀ ਸਿਖਾਵਾਂਗੇ। ਜਦੋਂ ਉਹਨੂੰ ਪੰਜਾਬੀ ਬੋਲਣੀ ਆ ਗਈ ਤੇ ਬਾਕੀ ਲਿਟਰੇਚਰ ਤੇ ਹਰ ਚੀਜ਼ ਉਹਨੇ ਆਪ ਲੱਭ ਲੈਣੀ ਹੈ। ਫਿਰ ਲਫ਼ਜ਼ ਸਾਡੇ ਨਹੀਂ ਗਵਾਚਣਗੇ, ਨਾ ਸਾਡੇ ਬੱਚੇ ਗਵਾਚਣਗੇ। ਸਾਡਾ ਵਿਸ਼ੇ ਅੱਜ ਦਾ ਇਹ ਨਹੀਂ ਹੈਗਾ, ਬਟ ਗੱਲ ਬੜੀ ਸੋਹਣੀ ਸੀ ਕਿ ਜਦੋਂ ਅਸੀਂ ਆਪ ਲੱਭਣ ਤੁਰ ਪਏ ਨਾ, ਫਿਰ ਨਹੀਂ ਕੁਛ ਹੈ ਗਵਾਚਦੀ। ਜਦੋਂ ਤੱਕ ਅਸੀਂ ਬੱਚੇ ਦੇ ਮੂੰਹ 'ਚ ਪੰਜਾਬੀ ਪਾਈ ਹੀ ਨਹੀਂ ਤੇ ਉਹਨੇ ਕੀ ਲੱਭਣਾ? ਉਹਨੂੰ ਕੀ ਪਤਾ ਪੰਜਾਬੀ ਕੀ ਹੈ? ਸਵਾਦ ਹੈ ਨਾ। ਅੱਗੇ ਆਪਾਂ ਅਗਲੀਆਂ ਚੀਜ਼ਾਂ ਦਾ ਜ਼ਰਾ ਸਵਾਦ ਲਈਏ ਜੀ। ਹਾਂਜੀ, ਇੱਕ ਸਵਾਲ। ਵਧਾਉਣਾ ਚਾਹੁੰਦੀ ਹਾਂ। ਮੈਂ ਵੀ ਆਪਣੀ ਨਾਨੀ ਕੋਲੋਂ ਇਹ ਕਹਾਣੀ ਸੁਣੀ ਹੋਈ ਹੈ ਅਤੇ ਇਹ ਬੜੀ ਸਬਕ ਆਮੋਜ਼ ਕਹਾਣੀ ਹੈ, ਜਿਹਦੇ ਵਿੱਚ ਇਸ ਗੱਲ ਦੀ ਖਾਸ ਤੌਰ 'ਤੇ ਤਲਕੀਨ ਕੀ ਗਈ ਹੈ ਕਿ ਜਿਸ ਗੱਲ ਤੋਂ ਮਨਾ ਕਰ ਦਿੱਤਾ ਜਾਵੇ ਉਹਦੇ ਪਰ ਪਿੱਛੇ ਨਹੀਂ ਪੈਣਾ ਚਾਹੀਦਾ ਅਤੇ ਨਾਲੇ ਗਲਤੀ ਵੀ ਨਹੀਂ ਕਰਨੀ ਚਾਹੀਦੀ। ਇਹੋ ਜਿਹੀਆਂ ਜਿਹੜੀ ਤੋਤੀ ਬਾਰ-ਬਾਰ ਉਹਨੂੰ ਸਮਝਾਉਂਦੀ ਸੀ, ਤੋਤਿਆ ਮਨਮੋਤਿਆ ਤੂੰ ਇਸ ਗਲੀ ਨਾ ਜਾ, ਇਸ ਗਲੀ ਦੇ ਜੱਟ ਬੁਰੇ ਤੈਨੂੰ ਲੈਣਗੇ ਫਾਈਆਂ ਪਾ। ਅਤੇ ਉਹ ਹਰ ਦਫਾ ਹੀ ਇਸ ਗੱਲ ਦੇ ਬਾਰੇ 'ਚ ਉਹਨੂੰ ਕਹਿੰਦੀ ਰਹਿੰਦੀ ਸੀ, ਸਮਝਾਉਂਦੀ ਰਹਿੰਦੀ ਸੀ। ਕਹਿਣ ਦਾ ਮਤਲਬ ਇਹ ਵੀ ਕਿ ਜਿਹੜੇ ਬਜ਼ੁਰਗ ਉਹ ਆਪਣੇ ਬੱਚਿਆਂ ਨੂੰ ਅੱਛੀ ਅਤੇ ਬੁਰੀ ਗੱਲ ਦਾ ਹਮੇਸ਼ਾ ਹੀ ਵਿਚਾਰ ਸਮਝਾਉਂਦੇ ਰਹਿੰਦੇ ਨੇ। ਜੀ ਬਿਲਕੁਲ। ਬਸ ਗੱਲ ਇਹ ਵੀ ਕਿ ਬੱਚੇ ਜਿਹੜੇ ਨੇ ਸਾਡੇ, ਅਸੀਂ ਉਹ ਗੱਲ ਨੂੰ ਆਈ ਗਈ ਕਰ ਜਾਂਦੇ ਨੇ। ਅਤੇ ਇਹ ਵੇਲਾ ਇਸ ਗੱਲ ਦਾ ਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਉਸੇ ਅੰਦਾਜ਼ ਨਾਲ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਉਸੇ ਤਰ੍ਹਾਂ ਸਾਡੇ ਆਪਣੇ ਬੱਚਿਆਂ ਨੂੰ ਸਮਝਾਉਣ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਵੇ। ਅਤੇ ਅਲਹਮਦੁਲਿਲਾ ਅੱਜ ਦੇ ਅਸੀਂ ਫਖਰ ਇਸ ਗੱਲ 'ਤੇ ਕਰਨੇ ਆ ਕਿ ਕਮ ਅਜ਼ ਕਮ ਅਸੀਂ ਉਸ ਤਰ੍ਹਾਂ ਦੇ ਬਣਨ ਦੀ ਕੋਸ਼ਿਸ਼ ਜ਼ਰੂਰ ਕਰਨੇ ਆ ਜਿਸ ਤਰ੍ਹਾਂ ਦੇ ਸਾਡੇ ਬਜ਼ੁਰਗਾਂ ਨੇ ਸਾਨੂੰ ਤਾਲੀਮ ਉਹ ਤਰਬੀਅਤ ਦਿੱਤੀ ਹੈ ਸਾਡੀ। ਅਤੇ ਇੱਕ ਪਹਿਲੂ ਇਹਦਾ ਇਹ ਵੇ ਕਿ ਇਹ ਅੱਛਾਈ ਅਤੇ ਬੁਰਾਈ ਇਸ ਅਜ਼ਲ ਤੋਂ ਚੱਲਦੀ ਹੋਈਆਂ ਦੋ ਚੀਜ਼ਾਂ ਨੇ। ਅਤੇ ਅੱਛਾਈ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ ਮਾਸ਼ਰੇ 'ਚ, ਅਤੇ ਬੁਰਾਈ ਦੀ ਹਮੇਸ਼ਾ ਹੀ ਤਜ਼ਲੀਲ ਹੁੰਦੀ ਹੈ। ਅਤੇ ਇਹ ਮੇਰਾ ਖਿਆਲ ਹੈ ਕਿ ਇਹ ਪਹਿਲੂ ਜਿਹੜਾ ਸਭ ਤੋਂ ਵੱਧ ਪਹਿਲੂ ਹੈ ਇਸ ਕਹਾਣੀ ਦਾ, ਜਿਹੜੀ ਰਿਜ਼ਵਾਨ ਸਾਹਿਬ ਨੇ ਸੁਣਾਈ ਹੈ। ਹਾਂਜੀ, ਮਿਹਰਬਾਨੀ ਜੀ। ਅਤੇ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਸੁਣਨ ਦਾ ਹੌਸਲਾ ਰੱਖਿਆ। ਨਹੀਂ ਨਹੀਂ, ਕੋਈ ਮਸਲਾ ਨਹੀਂ ਹੈ। ਬਸ ਇਹ ਕਿ ਅੱਛਾਈ ਬੁਰਾਈ ਤੇ ਅਸੀਂ ਵੇਖਦੇ ਹੀ ਆਏ ਹਾਂ ਅਤੇ ਵੇਖਣੇ ਵੀ ਹਾਂ। ਜੀ ਹਾਂ। ਪਰ ਉਹ ਤੇ ਦੂਸਰੀ ਜਿਹੜੀ ਤੁਸੀਂ ਕਲੋਨੀਅਲ ਹਵਾਲੇ ਦੀ ਗੱਲ ਕੀਤੀ ਹੈ, ਅਤੇ ਉਹ ਫਿਰ ਸਿਆਸੀ ਹਵਾਲੇ ਆ ਜਾਂਦੇ ਨੇ। ਅਤੇ ਅਦਬ ਵਿੱਚ ਅਤੇ ਜ਼ਿੰਦਗੀ ਜਿਹੜੀ ਹੈ, ਹਿਸਟਰੀ ਅਤੇ ਤੁਹਾਨੂੰ ਪਤਾ ਹੈ ਤਾਰੀਖ ਤੇ ਅਜ਼ਲ ਤੋਂ ਹੀ ਫਿਰ ਚੱਲਦੀ ਆ ਰਹੀ ਹੈ। ਹਲਾਕੂ ਖਾਨ ਦਾ ਦੌਰ ਵੀ ਹੈਗਾ ਸੀ ਇੱਕ, ਅਤੇ ਫਿਰ ਉਹਦੇ ਬਾਅਦ ਅੱਜ ਦਾ ਦੌਰ ਵੀ ਹੈ। ਬਿਲਕੁਲ ਠੀਕ ਹੈ ਜੀ। ਇਹ ਹਾਂਜੀ, ਇਹ ਗੱਲ ਜਿਹੜੀ ਹੈ ਕਿ ਅਸੀਂ ਇਹਨੂੰ, ਕਿਉਂਕਿ ਕਹਾਣੀ ਜਿਹੜੀ ਹੈ ਉਹ ਕਿਸੇ ਇੱਕ ਵੇਲੇ ਵਿੱਚ ਬਣ ਰਹੀ ਹੈ, ਅਤੇ ਉਹ ਵੇਲਾ ਕੀ ਹੈ? ਕਿਉਂ ਜੱਟ ਬੁਰੇ ਕਿਉਂ ਹੋ ਗਏ ਨੇ? ਉਹ ਕਿਉਂ ਫਾਈਆਂ ਪਾ ਰਹੇ ਨੇ? ਇਸ ਗੱਲ 'ਤੇ ਵੀ ਮੇਰਾ ਖਿਆਲ ਹੈ ਕਿ ਗੌਰ ਕਰਨ ਦੀ ਲੋੜ ਹੈ। ਮਿਹਰਬਾਨੀ ਤੁਹਾਡੀ। ਅਸੀਂ ਅੱਗੇ ਟੁਰਨੇ ਹਾਂ ਥੋੜ੍ਹਾ। ਉਹ ਇੱਕ ਕਹਾਣੀ ਦੇ 100 ਅੱਖਰ ਤੇ 100 ਅੱਖਰਾਂ ਦੀ ਵੰਡ, ਜੀ ਜੀ ਜੀ, ਕਿਤੇ ਘਿਓ ਤੇ ਕਿਤੇ ਖੰਡ। ਠੀਕ ਹੈ, ਬਸ ਹੁਣ ਅੱਗੇ ਚੱਲੀਏ। ਇੱਕ ਹੀ ਚੀਜ਼ ਨੂੰ ਕਈ ਇੱਕ ਮਲਟੀ ਡਾਇਮੈਂਸ਼ਨ ਦੇ ਸਕਦੇ। ਹਾਂਜੀ, ਮਿਹਰਬਾਨੀ ਮਿਹਰਬਾਨੀ। ਅੱਛਾ, ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਇੱਕ ਹੋਰ ਗੱਲ ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ, ਜਿਹੜੀ ਹੈ ਮੇਰੇ ਕੀਤੀ, ਉਹ ਇਹ ਕੀਤੀ ਹੈ ਕਿ ਅਸੀਂ ਅਦਬ ਵਿੱਚ ਪੜ੍ਹਨੇ ਆ ਮਤਰੂਕ ਜ਼ੁਬਾਨਾਂ, ਜ਼ਿੰਦਾ ਜ਼ੁਬਾਨਾਂ ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ। ਅਤੇ ਇਹ ਜਿਹੜੀ ਜ਼ੁਬਾਨ ਹੈ, ਅਸੀਂ ਕਹਿੰਦੇ ਹਾਂ ਜਿਹੜੀਆਂ ਅਸੀਂ ਜ਼ੁਬਾਨ ਬੋਲਣੀ ਛੱਡ ਦਿੰਦੇ ਹਾਂ, ਉਹ ਮਤਰੂਕ ਹੋ ਜਾਂਦੀ ਹੈ, ਮੁਰਦਾ ਜ਼ੁਬਾਨ ਹੋ ਜਾਂਦੀ ਹੈ। ਅਤੇ ਵਕਤ ਗੁਜ਼ਰਦੇ ਨਾਲ ਨਾਲ ਪਤਾ ਨਹੀਂ ਸਾਡਾ ਅਦਬ ਕੀ ਰਹਿ ਜਾਂਦਾ ਵੇ, ਸਾਨੂੰ ਕੋਈ ਪਤਾ ਨਹੀਂ ਗਾ। ਬਿਲਕੁਲ ਠੀਕ ਹੈ। ਅਤੇ ਇਹ ਗੱਲ ਹੈ ਕਿ ਕਾਨੂੰਨ ਪਾਸ, ਮੇਰਾ ਅਗਰ ਬਸ ਚਲੇ ਤਾਂ ਮੈਂ ਤਾਂ ਕੋਈ ਕਾਨੂੰਨ ਪਾਸ ਕਰਵਾਵਾਂ ਜਿਹਦੇ ਵਿੱਚ ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਜ਼ੁਬਾਨਾਂ ਦੇ ਅਲਫਾਜ਼ ਨੂੰ ਕਮ ਅਜ਼ ਕਮ ਨਾ ਆਉਣ,
ਜੇ ਅਸੀਂ ਇੱਕ ਜ਼ੁਬਾਨ ਬੋਲੀਏ ਹਾਂ ਤੇ ਖਾਲਸਤਨ ਅਸੀਂ ਉਸੇ ਜ਼ੁਬਾਨ ਨੂੰ ਬੋਲੀਏ। ਬਿਲਕੁਲ ਠੀਕ ਹੈ। ਤੁਹਾਨੂੰ ਜੇ ਆਪਣੀ ਦਾਦੀ ਦੀ ਸੁਣਾਈ ਹੋਈ ਬਾਤ ਇੱਕ ਬੰਦਾ ਪੈਂਟ ਕੋਟ ਪਾ ਕੇ ਅੱਜ ਸੁਣਾ ਰਿਹਾ ਹੈ ਤੇ ਤੁਹਾਨੂੰ ਇਸ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਪੰਜਾਬੀ ਕਦੀ ਵੀ ਨਹੀਂ ਮੁੱਕ ਸਕਦੀ। ਬਹੁਤ ਜੇ 100 ਸਾਲ ਸ਼ੁਕਰੀਆ। ਪਹਿਲੇ ਪੰਜਾਬੀ ਸੀ ਤੇ 100 ਸਾਲ ਬਾਅਦ ਵੀ ਇਨਸ਼ਾਅੱਲਾ ਤਾਲਾ ਬਹੁਤ ਰਹੇਗੀ। ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਚਲੋ ਬਹੁਤ ਜੀ। ਸੋਹਣੀਆਂ ਤੁਹਾਡੀਆਂ ਗੱਲਾਂ ਸੀਗੀਆਂ। ਹੁਣ ਅਸੀਂ ਥੋੜਾ ਜਿਹਾ ਫਾਤਮਾ ਨੂੰ ਟਾਈਮ ਦਈਏ ਥੋੜਾ ਜਿਹਾ ਹੁਣ ਬੇਤਾਬ ਹੈ। ਫਾਤਮਾ ਕੁਝ ਗਾ ਕੇ ਕੁਝ ਸੁਣਾਈ। ਲੋਕ ਗੀਤ ਸ਼ਾਮਲ ਕਰਨੇ ਅੱਜ ਦੇ ਪ੍ਰੋਗਰਾਮ 'ਚ। ਹਾਂਜੀ, ਇਹ ਜਿਹੜਾ ਮੈਂ ਕਿਹਾ ਜਿਹੜਾ ਇੱਕ ਪੁਰਾਣਾ ਸਾਡਾ ਰਿਵਾਜ ਹੈ ਨਾ ਕਿ ਅਸੀਂ ਬਹਿ ਕੇ ਬੋਲ ਰਹੇ ਹਾਂ ਤੇ ਤੁਸੀਂ ਸੁਣ ਰਹੇ ਹੋ, ਤੇ ਉਹਦੇ ਵਿੱਚ ਥੋੜਾ ਜਿਹਾ ਗਾਣ ਵੀ ਹੋ ਜਾਏ ਤੇ ਚੰਗੀ ਗੱਲ ਉਹਦੇ ਚ ਹੈ। ਬੋਲੀ ਪਾਉਂਦੇ ਨੇ ਨਾ ਪਹਿਲੇ ਹਾਂਜੀ। ਪਹਿਲੇ ਗੱਲ ਕਰਨ ਲੱਗਿਆ ਜਿਹੜਾ ਉਹ ਗਾਣ ਦਾ ਅੰਦਾਜ਼ ਸੀ ਨਾ ਉਹ ਵਿੱਚ ਸ਼ਾਮਿਲ ਹੁੰਦਾ ਸੀ ਤੇ ਫਿਰ ਉਹ ਗੱਲ ਨੂੰ ਬੋਲ ਤੇ ਬੋਲ ਤੋਂ ਬੋਲੀ ਬਣ ਗਈ। ਅੱਜ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਜਦੋਂ ਬਹਿੰਦੇ ਆ ਸਾਡੀਆਂ ਬੋਲੀਆਂ ਪੁਰਾਣੀਆਂ ਜਿਹੜੀਆਂ ਨੇ ਕੁਛ ਤੇ ਸਾਨੂੰ ਟੱਪੇ ਮਾਈਏ ਦੋੜੇ ਯਾਦ ਨੇ, ਪਰ ਬੋਲੀਆਂ ਸਨ ਉਹ ਜਿਹੜਾ ਪੰਜਾਬੀਆਂ ਦਾ ਪ੍ਰੋਪਰ ਅੰਦਾਜ਼ ਹੁੰਦਾ ਸੀ ਗੱਲ ਕਰਨ ਦਾ ਸਮਝਾਉਣ ਦੀ ਖਾਤਰ। ਹਾਂਜੀ ਫਾਤਮਾ, ਅਸੀਂ ਗਾਣ ਤੋਂ ਪਹਿਲੇ ਇੱਕ ਨਿੱਕੀ ਜਿੰਨੀ ਗੱਲ ਜਿਹੜੀ ਹੈ ਆਪਣੇ ਲੋਕ ਗੀਤ ਬਾਰੇ ਜ਼ਰੂਰ ਕਰਾਂਗੇ ਤਾਂ ਕਿ ਜਦੋਂ ਅਸੀਂ ਇਹਨੂੰ ਰਲ ਕੇ ਗਾਈਏ ਤਾਂ ਸਾਨੂੰ ਪਤਾ ਲੱਗੇ ਕਿ ਅਸੀਂ ਗਾ ਕੀ ਰਹੇ ਹਾਂ। ਇੱਕ ਤਾਂ ਹੈ ਕਿ ਬਾਰ-ਬਾਰ ਇਹ ਗੱਲ ਕਿ ਲੋਕ ਗੀਤ ਜਿੰਨੇ ਵੀ ਨੇ ਉਹਨਾਂ ਦੀਆਂ ਜਿਹੜੀਆਂ ਜ਼ਿਆਦਾ ਸਿਨਫਾਂ ਨੇ ਉਹ ਨੇ ਜਿਹੜੀਆਂ ਜਨੀਆਂ ਨੇ ਜੋੜੀਆਂ ਤੇ ਉਹ ਨਾਂ ਵੀ ਜਨੀਆਂ ਦੇ ਨੇ, ਜਿਵੇਂ ਜੁਗਨੀ, ਸੰਮੀ, ਇਹ ਬਣੀਆਂ ਕਿਵੇਂ, ਇਹ ਇੱਕ ਫਿਰ ਲੰਮੀ ਗੱਲ ਹੈ। ਤੇ ਜੁਗਨੀ ਦੀ ਇੱਕ ਜਿਹੜੀ ਹੈ ਉਹ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਕਹਿੰਦੇ ਨੇ ਕਿ ਜੁਗਨੀ ਇੱਕ ਟੱਪਰੀ ਵਾਸਨ ਸੀ ਤੇ ਆਸ਼ਿਕ ਹੋ ਗਈ। ਆਸ਼ਿਕ ਹੋਈ ਤੇ ਇਸ਼ਕ ਤੇ ਜਿਹੜੀ ਜੋਗੀ ਰੀਤ ਹੈ ਉਹਦਾ ਆਪਸ 'ਚ ਕੀ ਸੰਗ ਹੈ, ਕੀ ਰਿਸ਼ਤਾ ਹੈ। ਜੋਗਨ ਵੀ ਹੋਈ ਤੇ ਨਿਕਲ ਪਈ ਤੇ ਉਸ ਜਣੀ ਨੇ ਉਹਦੇ ਇਸ਼ਕ ਨੂੰ ਉਹਨੇ ਜਿਹੜਾ ਉਸ ਵੇਲੇ ਵਿਛੋੜੇ ਦੀ ਜਿਹੜੀ ਗੱਲ ਸੀ ਜਿਹੜੀ ਸਾਂਝੀ ਕੀਤੀ ਲੋਕਾਂ ਨਾਲ ਉਹ ਇੱਕ ਸਿਨਫ ਬਣ ਗਈ। ਇਹ ਹਰ ਲੋਕ ਗੀਤ ਬਾਰੇ ਕੋਈ ਇਹੋ ਜਿਹੀ ਕਹਾਣੀ ਹੈ ਜਿਹੜੀ ਸਾਨੂੰ ਸੁਣਾਈ ਜਾਂਦੀ ਹੈ। ਸੰਮੀ ਦੀ ਵੀ ਇੰਜ ਦੀ ਕਹਾਣੀ ਹੈ ਤੇ ਇਹ ਜਿਹੜੀ ਲੋਕ ਗੀਤ ਹੈ ਇਹਦੇ ਵਿੱਚ ਇੱਕ ਸਿਨਫ ਹੈ ਵਾਰ ਨੂੰ ਕੁਝ ਜਿਹੜੇ ਨਕਾਦ ਨੇ ਉਹ ਮੰਨਦੇ ਨੇ ਕਿ ਇਹ ਲੋਕ ਉਹਦੇ ਵਿੱਚ ਸ਼ਾਮਿਲ ਹੈ, ਲੇਕਿਨ ਕੁਝ ਕਹਿੰਦੇ ਨੇ ਕਿ ਕਿਉਂਕਿ ਇਹਦੇ ਸ਼ਾਇਰਾਂ ਦਾ ਪਤਾ ਹੁੰਦਾ ਹੈ। ਲੇਕਿਨ ਵਾਰ, ਢੋਲਾ ਇਹ ਉਹ ਸਿਨਫਾਂ ਨੇ ਜਿਨ੍ਹਾਂ ਰਾਹੀਂ ਲੋਕਾਂ ਨੇ ਆਪਣੀ ਰੀਤ ਜਿਹੜੀ ਹੈ ਉਹਨੂੰ ਸਾਂਭਿਆ। ਲੋਕਾਂ ਦੀ ਰੀਤ ਹੈ ਕੀ ਸੀ, ਇੱਥੇ ਇਹ ਸਵਾਲ ਬਣਦਾ ਹੈ। ਹੁਣ ਤੇ ਵਾਰਾਂ ਗਾਵਣ ਵਾਲੇ ਉਹ ਹੈ ਹੀ ਨਹੀਂ, ਤਦੇ ਸਾਨੂੰ ਇੱਥੇ ਬਹਿ ਕੇ ਇਹ ਗੱਲ ਕਰਨੀ ਪੈ ਰਹੀ ਹੈ ਕਿ ਲੋਕ ਗੀਤ ਕੀ ਨੇ, ਲੋਕ ਵਾਰਾਂ ਕੀ ਨੇ, ਲੋਕ ਮਿਊਜ਼ਿਕ ਕੀ ਹੈ, ਲੋਕ ਬਾਤ ਕੀ ਹੈ। ਕਿਉਂਕਿ ਪ੍ਰਿੰਟ ਕਲਚਰ ਜਦੋਂ ਆਇਆ ਤੇ ਉਹਨੇ ਆ ਕੇ ਜਿਹੜੀ ਉਸ ਵੇਲੇ ਦੀਆਂ ਬੋਲੀਆਂ ਸਨ, ਹਾਕਮ ਦੀਆਂ ਬੋਲੀਆਂ, ਉਹਨਾਂ ਨੂੰ ਜਿਹੜਾ ਹੈ ਉਹਨੇ ਸਾਂਭਿਆ। ਉਹ ਇਹ ਤਾਂ ਰਿਵਾਜ ਹੀ ਨਹੀਂ ਸੀ, ਸਾਡੀ ਜਿਹੜੀ ਰੀਤ ਸੀ ਪੂਰੀ, ਇਹ ਤੇ ਜਿਹੜੀ ਹੈ ਉਹ ਸੀਨਾ ਬਸੀਨਾ ਟੁੱਟਦੀ ਸੀ। ਇਹਨੂੰ ਤੇ ਫਿਰ ਕਿੰਨਾ ਖਜ਼ਾਨਾ ਸਾਡੇ ਕੋਲੋਂ ਜਿਹੜਾ ਹੈ ਗਵਾਚ ਗਿਆ ਹੈ, ਅਸੀਂ ਸਾਂਭਿਆ ਕੋਈ ਨਹੀਂ। ਤੇ ਕਿਤੇ ਕੋਈ ਕਿਤਾਬ ਲੱਭਦੀ ਏ ਕਹਾਣੀਆਂ ਦੀ, ਲੋਕ ਬਾਤਾਂ ਦੀ, ਲੋਕ ਗੀਤਾਂ ਦੀ, ਲੇਕਿਨ ਇੱਕ ਤੇ ਹੈ ਕਿ ਇਸ ਵੇਲੇ ਜਿਸ ਪੰਜਾਬ ਵਿੱਚ ਅਸੀਂ ਹਾਂ ਇਸ ਤੋਂ ਪਹਿਲੇ ਕੀ ਸ਼ਕਲ ਹੋਏਗੀ ਜਦੋਂ ਸਾਂਝਾ ਪੰਜਾਬ ਹੋਏਗਾ। ਉਹ ਉਸ ਸਾਂਝੇ ਪੰਜਾਬ ਦੀਆਂ ਕਹਾਣੀਆਂ ਉਹਨਾਂ ਦਾ ਤੇ ਅਸੀਂ ਤਸੱਵੁਰ ਵੀ ਨਹੀਂ ਕਰ ਸਕਦੇ। ਪਰ ਲੋਕ ਗੀਤਾਂ ਵਿੱਚ ਇੱਕ ਗੱਲ ਜਿਹੜੀ ਹੈ ਕਿ ਲੋਕ ਗੀਤਾਂ ਦੇ ਆਪਣੇ ਹੀਰੋ ਨੇ। ਇਹ ਜਿਹੜੀ ਦੂਜੀ ਤਾਰੀਖ ਪੜ੍ਹਾਈ ਜਾ ਰਹੀ ਹੈ ਇਹਦੇ ਵਿੱਚ ਹੋਰ ਤਰ੍ਹਾਂ ਦੇ ਜੀ ਨੇ ਜਿਹੜੇ ਹੀਰੋ ਬਣੇ ਹੋਏ ਨੇ, ਲੇਕਿਨ ਲੋਕਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਜਿਹੜੇ ਨੇ ਆਪਣੇ ਹੀਰੋ ਦੱਸੇ ਨੇ, ਆਪਣੀ ਗੱਲ ਕੀਤੀ, ਆਪਣਾ ਦੁੱਖ ਬਿਆਨ ਕੀਤਾ। ਸਾਡੀ ਲੋਕ ਕਹਾਣੀਆਂ ਦੇ ਜਿਹੜੇ ਹੀਰੋ ਸਨ ਨਾ, ਜਿਹੜੇ ਸਾਡੇ ਲੋਕ ਕਹਾਣੀਆਂ ਦੇ ਹੀਰੋ ਸਨ, ਉਹ ਸਨ ਜ਼ਨਾਨੀਆਂ, ਔਰਤਾਂ। ਕਿਉਂਕਿ ਔਰਤਾਂ ਨੇ ਗੱਲ ਅੱਗੇ ਤੋਂ ਅੱਗੇ ਤੋਰੀ ਔਰ ਜਿਹੜੀ ਇਹ ਸਾਡੇ ਮੈਂ ਕੀ ਕਹਿ ਰਹੀ ਹਾਂ, ਮੇਰੀ ਸੁਣ ਲਵੋ। ਮੈਂ ਕਹਿ ਰਹੀ ਹਾਂ ਹੁਣ
ਲੋਕਾਂ ਨੂੰ ਕੁਝ ਸੁਣਾ ਜੀ, ਦੇ ਸੁਣਾਇਆ ਹੁਣ ਜੀ, ਗੱਲਬਾਤ ਤੇ ਉਹ ਹੋ ਰਹੀ ਹੈ ਜ਼ਨਾਨੀਆਂ ਨੇ ਗੱਲ ਅੱਗੇ ਤੋਰੀ ਤੇ ਅੱਜ ਅਸੀਂ ਇਸ ਤੋਂ ਪਹਿਲੇ ਕਿ ਅਬੂਜ਼ਰ ਭਾਈ ਫਾਤਮਾ ਦੇ ਸਬਰ ਦਾ ਕਿਹੜਾ ਪੈਮਾਨਾ ਹੈ ਨਾ, ਤੇ ਇਸ ਲਈ ਕਾਈਂਡਲੀ ਜ਼ਰਾ ਉਹ ਵੀ ਸੁਣ ਲਈਏ। ਇਸ ਤੋਂ ਬਾਅਦ ਅਸੀਂ ਦੁੱਲਾ ਪੱਟੀ ਵਾਲਾ ਵੀ ਗੱਲ ਕਰਾਂਗੇ। ਤੁਸੀਂ ਆਪਣੇ ਜ਼ਰਾ ਮਾਈਕ ਤਿੰਨੇ ਬੰਦ ਕਰ ਦਈਏ ਆਪਾਂ। ਅੱਛਾ, ਮੈਂ ਕੁਛ ਮਾਈਏ ਲੈ ਕੇ ਆਈ ਹਾਂ ਕਿ ਰਲ ਕੇ ਗਾਈਏ। ਇਹ ਨਹੀਂ ਕਿ ਸਿਰਫ ਮੈਂ ਗਾਣਾ ਹੈ, ਰਲ ਕੇ ਗਾਣਾ ਹੈ। ਇਹ ਸਾਰੇ ਸੋਚ ਰਹੇ ਹੈ ਸਾਡੀ ਆਵਾਜ਼ ਨਹੀਂ ਚੰਗੀ ਹੈ ਤੇ ਉਹ ਇਹ ਮੈਟਰ ਨਹੀਂ ਕਰਦਾ। Okay, ਠੀਕ ਹੈ, ਚਲੋ ਤੇ ਜੀ। ਤੁਸੀਂ ਚਲਾ ਮੇਰਾ ਜੀ ਢੋਲਾ, चला मेरा जी ढोला, ओ काले कामाया। चला मेरा जी ढोला, कोई काले कामाया। ओ जख्म कलेजे ते नहीं पट्टियां दी थामाया। ओ जख्म कलेजे ते नहीं पट्टियां दी थामाया। चला मेरा जी ढोला। रल के गाओ, मैं कल्ली ने नहीं गाना, तुसीं सारिਆਂ ने ਅੱਜ अपने दिल की आवाज़ कढ़ लवो। इत्थे कोई किसी नूं कुछ नहीं कहता। चला मेरा जी ढोला, चला मेरा जी ढोला, कोई काले कामाया। हो जख्म कलेजे ते नहीं पट्टियां दी थामाया। हो जख्म कलेजे ते नहीं पट्टियां दी थामाया। गा नहीं रहे हो तुसी, जदों तक गाना नहीं मैं बस नहीं करना, फिर नाल नाल गाओ। ਜਦੋਂ ਇੱਕ ਵਾਰੀ ਆਵਾਜ਼ ਆ ਗਈ ਤੇ ਅਗਲਾ ਮਾਈਆ ਤੁਹਾਨੂੰ ਸੁਣਾਇਆ ਜਾਏਗਾ। ਬਿਲਕੁਲ ਠੀਕ ਹੈ। ਵਾਂਸ ਅਗੇਨ ਜੀ। नहीं नहीं चला मेरा जी ढोला, चला मेरा जी ढोला, कोई काले कामाया। हो जख्म कलेजे ते नहीं पट्टियां दी थामाया। हो जख्म कलेजे ते नहीं पट्टियां दी थामाया। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਕੋਈ ਬਣਿਆ ਹੋਇਆ ਹਾਂ ਮਾਹੌਲ ਬਣਿਆ। अच्छा, चला मेरा जी ढोला, चला मेरा जी ढोला, चला मेरा जी ढोला, चला मेरा जी ढोला, कोई कणक सफा कीती, कोई कणक सफा कीती। ओ कब्र ते लिख वैसा नहीं ढोल वफा कीती। ओ कब्र ते लिख मरसा नहीं ढोल वफा कीती। चला मेरा जी ढोला। नाल नाल गाओ गाओ गाओ, नाल नाल। पिछों थोड़ी थोड़ी मैनू आवाज़ आ रही है, पर लुक लुक के गा रहे हो, सामने आके गाओ। चला मेरा जी ढोला, चला मेरा जी ढोला, कोई कणक सफा कीती। ओ कब्र ते लिख मरसा नहीं ढोल वफा कीती। ओ कब्र ते लिख मरसा नहीं ढोल वफा कीती। ਹੁਣ ਵੱਡਿਆਂ ਤੋਂ ਥੋੜਾ ਜਿਹਾ ਛੋਟਿਆਂ ਵਾਲੇ ਪਾਸੇ ਆਉਂਦੇ ਆ। ਜਿੱਦਾਂ ਸਾਡੇ ਤਿਉਹਾਰ ਨੇ ਔਰ ਸਾਡੇ ਮੌਸਮ ਨੇ, ਇਸ ਪੰਜਾਬ ਦਾ ਕਲਚਰ ਹੈ, ਇਸ ਪੰਜਾਬ ਦੀ ਬੋਲੀ ਦੇ ਵਿੱਚ ਮੁxtਲਿਫ ਵੱਖੋ ਵੱਖ ਚੀਜ਼ਾਂ ਨੇ। ਇਸੇ ਤਰ੍ਹਾਂ ਹੀ ਨਾ ਅਸੀਂ ਆਪਣੇ ਤਿਉਹਾਰਾਂ ਨੂੰ ਵੀ ਇਸੇ ਪੈਟਰਨ ਦੇ ਵਿੱਚ ਪ੍ਰੀਜ਼ਰਵ ਕੀਤਾ ਹੈ। ਆਪੇ ਗਾ ਕੇ, ਆਪਣੇ ਕਿੱਸਿਆਂ ਨੂੰ ਆਪ ਗਾ ਕੇ, ਆਪ ਉਹਦੇ 'ਚੋਂ ਸ਼ੁਗਲ ਬਣਾ ਕੇ, ਆਪ ਉਹਦੇ ਵਿੱਚ ਫੈਲਾਓ ਪਾ ਕੇ। ਲੋਹੜੀ ਦਾ ਇੱਕ ਤਿਉਹਾਰ ਹੈ। ਲੋਹੜੀ ਪੰਜਾਬ ਦਾ ਤਿਉਹਾਰ ਹੈ, ਮੌਸਮ ਦਾ ਤਿਉਹਾਰ ਹੈ। ਮੌਸਮ ਬਦਲਦਾ ਹੈ, ਮੰਨਿਆ ਜਾਂਦਾ ਹੈ ਕਿ ਲੋਹੜੀ ਵਾਲਾ ਦਿਨ ਜਿਹੜਾ ਉਹ ਸਭ ਤੋਂ ਠੰਡਾ ਦਿਨ ਹੁੰਦਾ ਹੈ। ਉਸ ਰਾਤ ਤੋਂ ਬਾਅਦ ਦਿਨ ਵੱਡੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ, ਔਰ ਉਸ ਰਾਤ ਨੂੰ ਸਭ ਤੋਂ ਜ਼ਿਆਦਾ ਠੰਡ ਹੁੰਦੀ, ਇਸ ਕਰਕੇ ਨਿੱਘ ਕਰਨ ਵਾਸਤੇ ਲੱਕੜਾਂ ਬਾਲ ਕੇ ਸਾਰੇ ਉਹਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ। ਅਤੇ ਲੋਹੜੀ ਦੇ ਨਾਲ ਹੀ ਦੁੱਲੇ ਪੱਟੀ ਦੀ ਕਹਾਣੀ ਜੁੜੀ ਹੋਈ ਹੈ।
ਹੁਣ ਲੋਹੜੀ ਦਾ ਕਈ ਲੋਕਾਂ ਨੂੰ ਨਹੀਂ ਪਤਾ ਹੋਏਗਾ, ਦੁੱਲੇ ਭੱਟੀ ਦਾ ਵੀ ਕਈ ਲੋਕਾਂ ਨੂੰ ਨਹੀਂ ਪਤਾ ਹੋਏਗਾ, ਲੇਕਿਨ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ ਇਸੇ ਤਰ੍ਹਾਂ ਗਾ ਕੇ ਤੇ ਲੋਹੜੀ ਤੇ ਦੁੱਲੇ ਭੱਟੇ ਦੀ ਕਹਾਣੀ ਸੇਵ ਕੀਤੀ ਹੈ। ਉਹ ਦੁੱਲੇ ਭੱਟੀ ਦੀ ਕਹਾਣੀ ਕੀ ਹੈ ਉਹ ਪਹਿਲੇ ਗਾਉਂਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਕੇ ਤੇ ਫਿਰ ਗੱਲ ਨੂੰ ਕਿਸੇ ਪਾਸੇ ਲਾਉਂਦੇ ਆ। ਤੇ ਤੁਸੀਂ ਸਾਰਿਆਂ ਨੇ ਨਾਲ ਜਿਹੜਾ ਜਿੱਦਾਂ ਬੱਚੇ ਕਿਉਂ ਲੋਹੜੀ ਪੜ੍ਹਦੇ ਸਨ, ਲੋਹੜੀ ਦੁੱਲੇ ਭੱਟੀ ਦੀ ਕਿਉਂ ਗਾਉਂਦੇ ਸੀ, ਕਿਉਂਕਿ ਜਦੋਂ ਉਹ ਜਾਂਦੇ ਸੀ ਨਾ ਸਵੇਰੇ ਲੋਹੜੀ ਵਾਲੇ ਦਿਨ, ਤੇ ਉਹ ਸਾਰਿਆਂ ਦੇ ਕੋਲ ਜਾ ਕੇ ਜੀ ਸਾਨੂੰ ਦੇ ਲੋਹੜੀ ਦਾ ਮਤਲਬ ਹੈ ਕਿ ਸਾਨੂੰ ਕੁਝ ਦਿਓ, ਕੋਈ ਖੰਡ ਪਤਾਸੇ, ਕੋਈ ਖਾਣ ਨੂੰ ਸ਼ੈ, ਕੋਈ ਪੀਣ ਨੂੰ ਸ਼ੈ, ਕੋਈ ਪੈਸੇ ਧੇਲੇ, ਕੋਈ ਸ਼ੈ। ਤਾਂ ਬੱਚੇ ਜਦੋਂ ਮੰਗਦੇ ਸੀ ਉਹ ਬੜੇ ਸੋਹਣੇ ਅੰਦਾਜ਼ ਦੇ ਵਿੱਚ ਮੰਗਦੇ ਸੀ ਤੇ ਦੁੱਲੇ ਭੱਟੀ ਦੀ ਕਹਾਣੀ ਨਾਲ ਸੁਣਾਉਂਦੇ ਸੀ, ਭਾਵੇਂ ਉਹਨਾਂ ਨੂੰ ਨਹੀਂ ਪਤਾ ਸੀ ਲੇਕਿਨ ਇੱਕ ਉਹਨਾਂ ਨੇ ਚੀਜ਼ ਜਿਹੜੀ ਹੈ ਉਹ ਆਪਣੇ ਸੈਕਸ਼ਨ ਦੇ ਵਿੱਚ ਨਾਲ ਰੱਖੀ ਸੀ। ਉਹ ਦੁੱਲੇ ਭੱਟੀ ਦੀ ਕਹਾਣੀ ਕੀ ਸੀ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਉਹ ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ। ਇਹ ਸਾਰਿਆਂ ਦੇ ਅੱਗੇ ਹੋ ਲੱਗਦਾ ਜਾਣਾ ਗਾਣਾ ਜੋ ਹੈ ਸੀ, ਕੁੜੀ ਦਾ ਲਾਲ ਪਟਾਕਾ, ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ, ਚਾਚੇ ਚੂਰੀ ਕੁੱਟੀ ਜ਼ਿਮੀਦਾਰਾਂ ਲੁੱਟੀ, ਚਾਚੇ ਚੂਰੀ ਕੁੱਟੀ ਜ਼ਿਮੀਦਾਰਾਂ ਲੁੱਟੀ, ਜ਼ਿਮੀਦਾਰ ਸਦਾਏ ਬੜੇ ਪੌਲੇ ਲਾਏ, ਇੱਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ ਭਾਵੇਂ ਰੋਹ ਤੇ ਭਾਵੇਂ ਪਿੱਟ, ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ। ਤੋ ਅਸੀਂ ਸਾਰੇ ਹੁਣ ਉਹ ਗਾਵਾਂਗੇ ਤੇ ਤੁਸੀਂ ਸਾਡੇ ਨਾਲ ਗਾਓਗੇ ਤੇ ਅਸੀਂ ਸਾਰੇ ਰਲ ਕੇ ਉਸ ਲੋੜੀ ਦੀ ਜਿਹੜੀ ਰਸਮ ਹੈ ਉਹਨੂੰ ਜ਼ਿੰਦਾ ਕਰਾਂਗੇ। ਉਹ ਸੁੰਦਰ ਮੁੰਦਰੀਏ ਹੋ ਤੁਸੀਂ ਇੰਨਾ ਕੀ ਕਰਨਾ ਬਸ ਤੁਸੀਂ ਜਿੰਨੀ ਜ਼ੋਰ ਦੀ ਹੋ ਕਰੋਗੇ ਉਨੀ ਜ਼ੋਰ ਦੀ ਅਗਲਾ ਫਿਕਰ ਆਏਗਾ। ਉਹ ਸੁੰਦਰ ਮੁੰਦਰੀਏ ਉਹ ਤੇਰਾ ਕੌਣ ਵਿਚਾਰਾ, ਉਹ ਦੁੱਲਾ ਭੱਟੀ ਵਾਲਾ ਦੁੱਲੇ ਦੀ ਧੀ ਵਿਆਹੀ, ਉਹ ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ, ਕੁੜੀ ਦਾ ਸਾਲੂ ਪਾਟਾ, ਉਹ ਸਾਲੂ ਕੌਣ ਸਮੇਟੇ, ਉਹ ਚਾਚੇ ਚੂਰੀ ਕੁੱਟੀ, ਉਹ ਜ਼ਿਮੀਦਾਰਾਂ ਲੁੱਟੀ, ਉਹ ਜ਼ਿਮੀਦਾਰ ਬੁਲਾਏ। ਨਹੀਂ ਮਜ਼ਾ ਆ ਰਿਹਾ ਜਿੰਨਾ ਆਹਿਸਤਾ ਹੁੰਦਾ ਜਾਏਗਾ ਮੇਰਾ ਮੋਸ਼ਨ ਟੁੱਟ ਜਾਏਗਾ ਨਾ, ਹੋ ਜ਼ੋਰ ਨਾਲ ਨਿਕਲੇ ਥੋੜਾ ਜਿਹਾ ਹੋ ਕਰਨਾ। ਚਲੋ ਜੀ ਫਿਰ ਉਹ ਚਾਚੇ ਚੂਰੀ ਕੁੱਟੀ, ਉਹ ਜ਼ਿਮੀਦਾਰਾਂ ਲੁੱਟੀ, ਉਹ ਬੜੇ ਪੌਲੇ ਲਾਏ, ਇੱਕ ਭੋਲਾ ਰਹਿ ਗਿਆ ਇਹਦੇ 'ਚ ਨਹੀਂ ਸੀ ਹੋਣਾ ਇਸੇ ਕਰਕੇ ਕੀਤਾ ਹੈ ਕਿਉਂਕਿ ਜਦੋਂ ਅਸੀਂ ਸੁਣੀ ਨਹੀਂ ਤੇ ਸਾਨੂੰ ਪਤਾ ਨਹੀਂ ਨਾ, ਅੱਜ ਸੁਣੀ ਅੱਜ ਪਤਾ ਲੱਗੇਗਾ। ਇੱਕ ਭੋਲਾ ਰਹਿ ਗਿਆ, ਇੱਕ ਭੋਲੇ ਦੇ ਉੱਤੇ ਹੁਣ ਇੱਥੇ ਗੱਲ ਅਸਲ ਜੁੜਦੀ ਹੈ ਕਿ ਉਹ ਜਿਹੜਾ ਰਹਿ ਗਿਆ ਉਹਨੂੰ ਸਿਪਾਹੀ ਫੜ ਕੇ ਲੈ ਗਿਆ ਤੇ ਸਿਪਾਹੀ ਨੇ ਮਾਰੀ ਇੱਟ ਤੇ ਭਾਵੇਂ ਰੋਹ ਤੇ ਭਾਵੇਂ ਪਿੱਟ। ਇਹ ਜਿਹੜਾ ਭਾਵੇਂ ਰੋਹ ਤੇ ਭਾਵੇਂ ਪਿੱਟ ਇਹੀ ਸਾਰੀ ਗੱਲ ਹੈ। ਤੇ ਉਸ ਤੋਂ ਬਾਅਦ ਨਹੀਂ ਬਣੇਗਾ, ਉਸ ਤੋਂ ਬਾਅਦ ਕੀ ਬਣੇਗਾ, ਉਹ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ। ਇਹ ਵੀ ਕਿਸੇ ਨੂੰ ਦੇਣਾ ਵੀ ਬੜੀ ਵੱਡੀ ਗੱਲ ਹੁੰਦੀ। ਲਓ ਜੀ ਸਾਰੇ ਰਲ ਕੇ ਕਰੀ ਫਿਰ ਮਿਹਰਬਾਨੀ। ਨਹੀਂ ਅੱਗੇ ਫਾਤਮਾ ਦਾ ਅੱਛਾ ਫਾਤਮਾ ਹਾਂ ਹਾਂਜੀ ਬਿਲਕੁਲ। ਅਸੀਂ ਇਹ ਲੋਕ ਗੀਤ ਗਾ ਵੀ ਰਹੇ ਹਾਂ, ਲੋਕ ਕਹਾਣੀਆਂ ਵੀ ਸੁਣਾ ਰਹੇ ਹਾਂ, ਲੇਕਿਨ ਸਵਾਲ ਜਿਹੜਾ ਪਹਿਲੇ ਸ਼ੁਰੂ ਸੇ ਸੀ ਉਹ ਨਾਲ ਰਹਿਣਾ ਚਾਹੀਦਾ ਹੈ ਕਿ ਕਿਹੜੀ ਚੂਰੀ ਜਿਹੜੀ ਹੈ ਉਹ ਕੁੱਟੀ ਹੈ ਚਾਚੇ ਨੇ ਤੇ ਜਿਹੜੀ ਲੁੱਟ ਕੇ ਲੈ ਗਿਆ ਹੈ ਜ਼ਮੀਂਦਾਰ, ਉਹ ਕਿਹੜੀ ਚੂਰੀ ਹੈ ਜਿਹੜੀ ਕੁੱਟੀ ਜਾ ਰਹੀ ਹੈ ਤੇ ਜ਼ਮੀਂਦਾਰ ਲੁੱਟ ਕੇ ਲੈ ਕੇ ਜਾ ਰਿਹਾ ਹੈ। ਇਹ ਸਵਾਲ ਜਿਹੜੇ ਨੇ ਅੱਜ ਤੁਸੀਂ ਆਪਣੇ ਨਾਲ ਲੈ ਕੇ ਜਾਣੇ ਨੇ, ਇਹਨਾਂ 'ਤੇ ਗੱਲ ਕਰਨੀ ਹੈ। ਤੇ ਅਸੀਂ ਅੱਗੇ ਜਿਹੜਾ ਹੈ ਇੱਕ ਫਾਤਮਾ ਨੇ ਇੱਕ ਛੋਟਾ ਜਿਹਾ ਜਿਹੜਾ ਹੈ ਉਹ ਨਾਟਕ ਇੱਕ ਨਜ਼ਮ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤੇ ਇਹਦੇ ਵਿੱਚ ਸਿਰਫ ਇੱਕ ਨਿੱਕੀ ਜਿਹੀ ਗੱਲ ਕਿ ਲੋਕ ਗੀਤ ਕਿਵੇਂ ਸਾਡੇ ਨਾਲ ਗੱਲ ਕਰ ਰਹੇ ਨੇ ਲੋਕ ਵਾਰ ਦੀ। 2-3 ਛੋਟੇ ਪੀਸ ਨੇ ਜਿਹੜੇ ਸਾਡੇ ਪੋਟੋਹਾਰ ਦੇ ਗੀਤ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਕਿ ਉਹ ਕਿਵੇਂ ਜਿਹੜੀ ਹੈ ਉਹ ਗੱਲ ਕਰ ਰਹੇ ਨੇ। ਮਤਲਬ ਅੰਗਰੇਜ਼ ਦਾ ਵੇਲਾ ਲੱਗ ਰਿਹਾ ਹੈ ਤੇ ਉਸ ਵੇਲੇ ਜਿਹੜੀ ਹੈ ਉਹ ਇਹ ਗੀਤ ਜੁੜੇ ਲੱਗ ਰਹੇ ਨੇ ਕਿ ਛੱਲਾ ਰੂਹ ਨੇ ਗੋੜੇ ਵੇ ਛੱਲਾ ਰੂਹ ਨੇ ਗੋੜੇ ਮੋਲਾ ਲਾਮ ਤਰੋੜੇ ਸਜਣਾ ਕੂ ਮੋੜੇ ਸੁਨ ਢੋਲ ਅੱਲਾ ਖੈਰੀ ਆਨੀ। ਲਾਮ ਹੈ ਲਸ਼ਕਰ ਕਿ ਜਿਹੜੀ ਜ਼ਬਰਦਸਤੀ ਭਰਤੀਆਂ ਹੋ ਰਹੀਆਂ ਸਨ ਪਹਿਲੀ ਤੇ ਦੂਜੀ ਜੰਗ ਅਜ਼ੀਮ ਦੇ ਵੇਲੇ, ਤੇ ਉਸ ਵੇਲੇ ਕਿਵੇਂ ਸਾਡੇ ਜਿਹੜੇ ਔਰਤਾਂ ਨੇ ਉਹ ਕਿਹੜੇ ਗੀਤ ਬਣਾ ਰਹੀਆਂ ਨੇ ਉਸ ਵੇਲੇ ਤੇ ਕਿਹੜੇ ਜੋੜ ਰਹੀਆਂ ਨੇ। ਤੇ
ਐਸੇ ਰੀਤ ਨਾਲ ਜੁੜੇ ਹੋਏ ਇੱਕ ਸਾਡੇ ਅੱਜ ਦੇ ਸ਼ਾਇਰ ਨੇ ਨਜਮ ਹੁਸੈਨ ਸੈਯਦ, ਜਿਨ੍ਹਾਂ ਨੇ ਸਾਨੂੰ ਧਰੀ ਇਹ ਜਿਹੜੀ ਪੂਰੀ ਲੋਕ ਅਦਬ ਦੀ ਜਿਹੜੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਾਨੂੰ ਇਸ ਪੱਖ ਤੋਂ ਵੇਖਣਾ ਦੱਸਿਆ ਹੈ ਕਿ ਕਿਵੇਂ ਅਸੀਂ ਨਿਰਾ ਮਜ਼ਾ ਲੈਣ ਲਈ ਜਿਹੜਾ ਹੈ ਉਹ ਕਹਾਣੀ ਮਜ਼ੇ ਲੈਣ ਲਈ ਤੇ ਸੁਣਨੇ ਆ, ਪਰ ਉਹ ਗੱਲ ਕੀ ਕਰ ਰਹੇ ਨੇ, ਗੀਤ ਗੱਲ ਕੀ ਕਰ ਰਹੇ ਨੇ, ਤੇ ਉਹਨਾਂ ਨੇ ਸਾਨੂੰ ਦੱਸਿਆ ਹੈ, ਸਮਝਾਇਆ ਹੈ। ਤੇ ਆਪ ਵੀ ਉਹ ਪੂਰੇ ਰੀਤ ਵਿੱਚੋਂ ਗੁਣ ਕੇ ਜੋ ਵੀ ਲਿਖਦੇ ਨੇ, ਉਹ ਉਹਨਾਂ ਦਾ ਕੰਮ ਉਹ ਸਾਨੂੰ ਪਿਛਲੀ ਰੀਤ ਦੀ ਵੀ ਦੱਸ ਪਾਉਂਦਾ ਤੇ ਇਹ ਵੀ ਦੱਸ ਪਾਉਂਦਾ ਅੱਗੇ ਕੀ ਕਰਨਾ ਹੈ। ਉਹ ਕਹਾਣੀ ਜਿਹੜੀ ਤੋਤੇ ਵਾਲੀ ਹੈ, ਉਹਨੂੰ ਹੀ ਉਹਨਾਂ ਨੇ ਇੱਕ ਨਜ਼ਮ ਵਿੱਚ ਜੋੜਿਆ ਹੈ, ਉਹ ਕਿਵੇਂ ਲਿਆਏ ਨੇ। ਤੇ ਇਹ ਜਿਹੜੀ ਹੈ ਫਾਤਮਾ ਸਾਨੂੰ ਪੜ੍ਹ ਕੇ ਸੁਣਾ ਦੇ। ਨਹੀਂ ਤੁਸੀਂ ਤੂੰ ਗਾਣ। ਪਹਿਲੇ ਆਡੀਅנס ਤੋਂ ਬੜਾ ਇਤਰਾਜ਼ ਆ ਰਿਹਾ ਹੈ ਕਿ ਫਾਤਮਾ ਨੂੰ ਟਾਈਮ ਥੋੜਾ ਦਿੱਤਾ ਜਾ ਰਿਹਾ ਹੈ। ਜੀ ਬਿਲकुल। ਪਹਿਲੇ पढ़ दीजिए ना एक बारी ताकि पता लग जाए किस जी बिल्कुल। है। ਵੇਖਾਂ ਤੋਤਾ ਛੱਡ ਦੇ, ਤੋਤਾ ਛੱਡ ਦੇ, ਤੋਤਾ ਛੱਡ ਦੇ, ਵੱਡਾ ਦਰਦੀ ਤੋਤੇ ਦਾ, ਸਾਰਾ ਦਿਨ ਤੇਰੇ ਮੂੰਹੋਂ ਹੋਰ ਵੀ ਗੱਲ ਕੋਈ ਸੁਣਦਾ ਹੈ? ਰੱਬ ਦਾ ਨਾਂ ਨਾ, ਰਸੂਲ ਦਾ ਨਾਂ ਨਾ, ਹੋਰ ਕੋਈ ਦੁੱਖ ਸੁੱਖ ਘਰ ਦਾ। ਹੋਰੇ ਕਿਉਂ ਇਹਦੇ ਖੇੜੇ ਪੈ ਗਿਆ ਚੰਦਰੇ ਬੇਜ਼ੁਬਾਨ ਦੇ। ਵਰਾ ਹੋਇਆ ਉਹਨੂੰ ਪਿੰਜਰੇ ਅੰਦਰ, ਹੁਣ ਉਹਨੂੰ ਭੁੱਲ ਗਿਆ ਉੱਡਣਾ। ਇੰਜੀ ਬਿੱਲੀ ਅੱਗੇ ਪਾ ਦੇ, ਛੱਡਣਾ ਕਾਹਦਾ। ਬਸ ਜਿਹੜੀ ਗੱਲ ਕਿਤੋਂ ਕੰਨੀ ਪੈ ਗਈ, ਉਹਦਾ ਵਜ਼ੀਫਾ ਛੋ ਦਿੱਤਾ। ਪੁੱਤਰ ਆਪ ਸੋਚ ਖਾਂ, ਇੱਕ ਵਾਰੀ ਪੜ ਜੋੜ ਜੋ ਲਏ ਤੇ ਫੇਰ ਉਡਾਰੀ ਕਾਹਦੀ। ਵੇਖਾਂ ਸ਼ਕਲ ਨਿਮਾਨੀ ਆਜਜ਼ ਦੀ, ਤੈਨੂੰ ਤਰਸ ਨਹੀਂ ਆਉਂਦਾ। ਮੈਂ ਤੇਰੇ ਵਾਂਗਰ ਪੁੱਤਰ ਬਣਾ ਕੇ ਰੱਖਿਆ ਇਹਨੂੰ। ਚੂਰੀ ਪਾਈ ਦੀ ਏ, ਪਿੰਜਰਾ ਧੋਈਦਾ ਹੈ, ਸਾਬਣ ਨਾਲ ਨੁਹਾਈਦਾ ਹੈ, ਰਾਤੀ ਉੱਤੇ ਦੇ ਦੇਈਦਾ ਹੈ ਕੰਬਲ। ਠੰਡੀਆਂ ਹਵਾਵਾਂ ਬਾਹਰ ਦੀਆਂ ਇਹਨੂੰ ਗੋਲੀ ਹੋ ਕੇ ਪੈਣਗੀਆਂ, ਤੇ ਸੰਗੋਂ ਹੇਠ ਨਹੀਂ ਲੰਘਣ ਲੱਗੀਆਂ ਗੋਲਾਂ ਜ਼ਹਿਰੀ। ਜਾ ਕੇ ਖੇਡ ਬਾਹਰ ਤੂੰ ਇਹਨੂੰ ਰਹਿਣ ਦੇ। ਹਰ ਵੇਲੇ ਗੋਡੇ ਮੁੱਢ ਨਹੀਂ ਬੱਜੀਆਂ ਰਹੀਦਾ ਸੋਹਣਿਆ ਚੰਨ ਮੇਰਾ। ਕਿੱਥੋਂ ਜੰਮਿਆ ਏ ਮਾਂ ਦਾ ਵੈਰੀ, ਤੋਤਾ ਤੋਤਿਆ ਮਨ ਮੋਤਿਆ। ਮੈਂ ਆਖ ਰਹੀ ਮੈਂ ਵੇਖ ਰਹੀ, ਤੂੰ ਉਸ ਨਗਰੀ ਨਾ ਜਾ, ਉਸ ਨਗਰੀ ਦੇ ਜੱਟ ਬੁਰੇ ਨਹੀਂ ਲੈਂਦੇ ਫਾਈਆਂ ਪਾ। ਹਾਏ ਵੇ ਮੇਰਿਆ ਹਾਨੀਆਂ, ਤੇਰਾ ਇੱਕ ਵਰਾ ਮੇਰੇ ਚਾਲੀ। ਕਿਹੜੇ ਦੇਸ ਨੂੰ ਉੱਠ ਕੇ ਜਾਈਏ, ਖੰਭ ਬਣ ਗਏ ਜਦ ਜਾਲੀ। ਜੇ ਜੰਮਦਿਆਂ ਦਿਲ ਵਿੱਚ ਉਡਾਨ ਦਾ ਡਰ ਪੈ ਜਾਏ, ਜਿਹੜੀ ਛਿੜਦੀ ਏ ਇੱਕ ਵਾਰੀ ਕੰਬਣੀ। ਫਾਈਆਂ ਹੇਠਾਂ ਆਇਓ ਬਾਜ, ਫੇਰ ਨਿੱਘ ਨਹੀਂ ਲੱਗਦਾ। ਹੁਣ ਸੁਗੜ ਸਿਆਣਾ ਬਣ ਕੇ ਦਿਲ ਪਰਚਾ ਪਿਆ ਸਭ ਦੇ, ਤੇ ਮੈਂ ਗੁਣ ਗੁਣ ਕੁੱਟ ਕੁੱਟ ਪਾਉਣੀ ਆ ਤੈਨੂੰ ਚੂਰੀ। ਤੈਨੂੰ ਛੱਡ ਬੈਠਾ ਤੇ ਮੇਰਾ ਪਿੰਜਰੇ ਪਈ ਦਾ ਰੂੰ ਕਾਹਦੇ ਨਾਲ ਨਿਕਲੇ। ਫਾਤਮਾ ਹੁਣ ਇਹਨੂੰ ਪਰਫਾਰਮ ਕਰਨਗੇ। ਫਾਤਮਾ ਹੁਣ ਇਹਨੂੰ ਪਰਫਾਰਮ ਕਰਨਗੇ ਜੀ। ਮੈਂ ਇੱਥੇ ਬੈਠ ਕੇ ਮਾਂ ਛੱਡ ਦੇ ਤੋਤਾ, ਮਾਂ ਛੱਡ ਦੇ ਤੋਤਾ, ਮਾਂ ਛੱਡ ਦੇ ਤੋਤਾ, ਮਾਂ ਛੱਡ ਦੇ ਤੋਤਾ, ਮਾਂ ਛੱਡ ਦੇ ਤੋਤਾ। ਦੇਖਾਂ ਤੋਤਾ ਛੱਡ ਦੇ, ਵੱਡਾ ਦਰਦੀ ਤੋਤੇ ਦਾ, ਸਾਰਾ ਦਿਨ ਤੇਰੇ ਮੂੰਹੋਂ ਹੋਰ ਵੀ ਗੱਲ ਕੋਈ ਸੁਣਦਾ ਏ? ਰੱਬ ਦਾ ਨਾਂ ਨਾ, ਰਸੂਲ ਦਾ ਨਾ, ਹੋਰ ਕੋਈ ਦੁੱਖ ਸੁੱਖ ਕਰਦਾ। ਹੋਰੇ ਕਿਉਂ ਇਹਦੇ ਖੜੇ ਪੈ ਗਏ ਬੇਜ਼ੁਬਾਨ। ਵਰਾ ਹੋਇਆ ਏ
ਪੁੱਤਰ ਆਪ ਸੋਚ ਖਾਂ, ਇੱਕ ਵਾਰੀ ਪਰ ਜੂੜ ਜੋ ਲਏ ਫਿਰ ਉਡਾਰੀ ਕਾਦੀ। ਤੇਰੇ ਵੰਗਰ ਪੁੱਤਰ ਬਣਾ ਕੇ ਰੱਖਿਆ ਇਹਨੂੰ, ਚੂਰੀ ਪਾਈ ਦੀਏ, ਪਿੰਜਰਾ ਧੋਈਦਾ ਏ, ਸਾਬਣ ਨਾਲ ਨਵਾਈਦਾ ਏ, ਤੇ ਰਾਤੀ ਉੱਤੇ ਦਈਦਾ ਏ ਕੰਬਲ। ਠੰਡੀਆਂ ਹਵਾਵਾਂ ਬਾਹਰ ਦੀਆਂ ਇਹਨੂੰ ਗੋਲੀ ਹੋ ਕੇ ਪੈਣਗੀਆਂ, ਤੇ ਸੰਗੋਂ ਹੇਠ ਨਹੀਂ ਲੰਘਣ ਲੱਗੀਆਂ ਗੋਲਾਂ ਜ਼ਹਿਰੀ। ਜਾ ਤੂੰ ਬਾਹਰ ਜਾ ਕੇ ਖੇਡ, ਇਹਨੂੰ ਰਹਿਣ ਦੇ। ਐਵੇਂ ਗੋਡੇ ਮੁੱਢ ਨਹੀਂ ਬਚਿਆ ਰਹਿਦਾ, ਸੋਹਣਾ ਚੰਨ ਮੇਰਾ ਜਾ। ਕਿੱਥੋਂ ਜੰਮਿਆ ਏ ਮਾਂ ਦਾ ਵੈਰੀ। ਤੋਤਿਆ ਮਨ ਮੋਤਿਆ, ਤੋਤਿਆ ਮਨ ਮੋਤਿਆ, ਮੈਂ ਆਖ ਰਹੀ ਮੈਂ ਵੇਖ ਰਹੀ, ਮੈਂ ਆਖ ਰਹੀ ਮੈਂ ਵੇਖ ਰਹੀ। ਤੂੰ ਉਸ ਨਗਰੀ ਨਾ ਜਾ, ਉਸ ਨਗਰੀ ਦੇ ਜੱਟ ਬੁਰੇ ਨਹੀਂ, ਲੈਂਦੇ ਫਾਈਆਂ ਪਾ। ਹਾਏ ਵੇ ਮੇਰੇ ਹਾਣੀਆਂ, ਤੇਰਾ ਇੱਕ ਵਰਾ, ਤੇਰਾ ਇੱਕ ਵਰਾ ਮੇਰੇ 40। ਕਿਹੜੇ ਦੇਸ ਨੂੰ ਉੱਡ ਕੇ ਜਾਈਏ, ਖੰਭ ਬਣ ਗਏ ਜਦ ਜਾਲੀ। ਜਦ ਚੰਮਦਿਆਂ ਦਿਲ ਵਿੱਚ ਉੱਡਣ ਦਾ ਡਰ ਪੈ ਜਾਏ, ਜਿਹੀ ਛਿੜਦੀ ਏ ਇੱਕ ਵਾਰੀ ਕੰਬਣੀ, ਫਾਈਆਂ ਹੇਠਾਂ ਓ ਬਾਜ ਫਿਰ ਨਿੱਘ ਨਹੀਂ ਲੱਭਦਾ। ਹੁਣ ਸੁਘੜ ਸਿਆਣਾ ਬਣ ਕੇ ਦਿਲ ਪਰਚਾ ਪਿਆ ਸਭ ਦੇ, ਤੇ ਮੈਂ ਗੁੰਨ ਗੁੰਨ ਕੁੱਟ ਕੁੱਟ ਪਾਉਣੀ ਆ ਤੈਨੂੰ ਚੂਰੀ। ਤੈਨੂੰ ਛੱਡ ਬੈਠਾ ਤਾਂ ਮੇਰਾ ਪਿੰਜਰੇ ਪਈਦਾ ਰੋਣ ਕਾਹਦੇ ਨਾਲ ਨਿਕਲੇ। ਲਓ ਜੀ, ਤੋਤਿਆਂ ਮਨਮੋਤਿਆਂ ਦੇ ਨਾਲ ਇੱਥੇ ਅਸੀਂ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਟਾਈਮ ਕੱਢਿਆ। ਜਿੰਦੇ ਵਾਸਤੇ ਰਹੋ।